ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਜੀ ਹਿਰਦੈ ਧਿਆਵੋ ਗੁਰ ਰਾਮਦਾਸ ਗੁਣ ਗਾਵੋ ਗੁਰ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਸ੍ਰੀ ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਹਰ ਰਾਏ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਈ ਬਹੋਰੀ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸਿੰਘ ਵਿਸਾਲਾ ਤਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬਾਰ ਜਗਦੀਸਾ ਜਿਸ ਮੈਂ ਅਮਰਤ ਮਾਨਕ ਭਗਤ ਬੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦ ਕਰੇ ਅਨੁਰਾਗ ਏਕੰਕਾਰ ਸਤਿਗੁਰੂ ਇਹ ਪ੍ਰਸਾਦ ਸਚ ਹੋਏ ਬਿਗਨ ਬਿਨਾਸ਼ਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਾਤੁਰ ਮਾਤ ਤੁਮਾਰ ਬ੍ਰਹਾਤੁਰ ਸਾਗਰ ਮੋਹ ਮੈਂ ਹਵੈ ਮਗਨਾਈ ਹੀਨ ਅਲੰਬ ਤਰੈ ਤੇ ਕਿਉ ਕਰ जानत हों सब पीर पराई कै तिन ज्ञान के पोत चढ़ावो हो मोहक लोलते पार लंघाई ना तुर हो कर तीर मिलो तुम ਧੀਰ ਸਰੀਰ ਧਰੈ ਸੁਖ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਓੰਕਾਰ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ
ਪੁਰਖ ਨਿਰਵੈਰ ਨਿਰਭਉ ਨਿਰਵੈਰ ਮੂਰਤ ਅਕਾਲ ਮੂਰਤ ਜੁਨੀ ਸਹਿਬੰ ਅਜੂਨੀ ਸੈਭੰ ਪ੍ਰਸਾਦ ਗੁਰ ਪ੍ਰਸਾਦ ਓੰਕਾਰ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਵਾਹਿਗੁਰੂ ਵਾਹਿਗੁਰੂ
सदा सदा दातार
ਸਦਾ ਸਦਾ ਦਾਤਾਰ ਸਦਾ ਸਦਾ ਦਾਤਾਰ ਜਿਉ ਡਰਤ ਹੈ ਆਪਣਾ ਜਿਉ ਡਰਤ ਹੈ ਆਪਣਾ ਜਿਉ ਡਰਤ ਹੈ ਆਪਣਾ ਜਿਉ ਡਰਤ ਹੈ ਆਪਣਾ ਕੈਸਿਉ ਕਰੀ ਪੁਕਾਰ ਕੈਸਿਉ ਕਰੀ ਪੁਕਾਰ ਕੈਸਿਉ ਕਰੀ ਪੁਕਾਰ ਕੈਸਿਉ ਕਰੀ ਪੁਕਾਰ ਸੱਚੇ ਪਾਤਸ਼ਾਹ ਯਾਤਰਾ ਵਾਸਤੇ ਤਿਆਰੀ ਕੀਤੀ ਹੈ। ਮਾਂ ਤ੍ਰਿਉਤਾ, ਪਿਤਾ ਮਹਿਤਾ ਕਲਿਆਣ ਦਾਸ ਜੀ ਤੇ ਰਾਏ ਬੁਲਾਰ ਜੀ, ਚਾਚਾ ਲਾਲੂ ਜੀ ਆਦਿਕ ਸਿੱਖ ਜਿਹੜੇ ਉਹਨਾਂ ਦੇ ਨੇਤਰ ਭਿੱਜੇ ਹੋਏ ਹੈ। ਵਰਾਗ ਆ ਰਿਹਾ ਹੈ, ਬਿਰਹਾ ਵਹਿ ਤੁਰਿਆ ਹੈ। ਸਾਹਿਬ ਜੀ ਨੂੰ ਬੇਨਤੀਆਂ ਕਰਦੇ ਹਨ। ਵਾਹਿਗੁਰੂ ਸਾਹਿਬ ਜੀ, ਗੁਰੂ ਗਰੀਬ ਨਵਾਜ, ਤਾਤੁਰ ਮਾਤ ਤੁਮਾਰ ਬਿਰਹਾਤੁਰ, ਸਾਗਰ ਮੋਹ ਮੈਂ ਹਵੈ ਮਗਨਾਈ। ਰਾਏ ਬੁਲਾਰ ਜੀ, ਪਿਆਰ ਦਾ ਦੂਜਾ ਨਾਮ ਕੀ ਹੈ? ਰਾਏ ਬੁਲਾਰ। ਜੇ ਕੋਈ ਤੁਹਾਨੂੰ ਕਿਤੇ ਪੁੱਛੇ ਨਾ ਵੀ ਪਿਆਰ ਦੀ ਐਗਜ਼ਾਮਪਲ ਦਿਓ ਤੇ ਬਾਪੂ ਰਾਏ ਬੁਲਾਰ ਦਾ ਨਾਮ ਲੈ ਦਿਓ। ਧੰਨ ਧੰਨ ਬਾਪੂ ਰਾਏ ਬੁਲਾਰ ਜੀ। ਸਾਰੇ ਆਖੋ ਧੰਨ। ਉਹਦੇ ਵਰਗਾ ਪਿਆਰ ਸਾਰੇ ਇਤਿਹਾਸ ਵਿੱਚ ਮੁਸ਼ਕਿਲ ਹੀ ਆ। ਇੰਨਾ ਅਮੀਰ ਬੰਦਾ ਹੋਏ ਨਾ, ਉਹ ਇਸ ਪਾਸੇ ਨਹੀਂ ਆਉਂਦਾ। ਅੱਜ ਬੜੀ ਪਿਆਰੀ ਕਥਾ ਭਾਈ ਸਾਹਿਬ ਕਰ ਰਹੇ ਸਨ। ਇਹਦੇ ਦਾ ਮਹਾਂਪੁਰਖ ਬੈਠੇ ਤੇ ਸੰਗਤ ਆਈ, ਕਾਫੀ ਅਮੀਰ ਬੰਦੇ, ਤੇ ਭਜਨ ਵਿਲਾਸ ਚੱਲੇ, ਜਲ ਪਾਣੀ ਛਕਿਆ ਤੇ ਜਲ ਪਾਣੀ ਛਕ ਕੇ ਕਹਿੰਦੇ ਬਾਬਾ ਜੀ ਕੋਈ ਉਪਦੇਸ਼ ਦਿਓ ਸਾਨੂੰ ਵੀ ਕੀ ਕਮਾਈਏ। ਤੇ ਮਹਾਂਪੁਰਖ ਇੱਕ ਤੀਰ ਨਾਲ ਦੋ ਨਿਸ਼ਾਨੇ ਲਾਉਂਦੇ ਆ। ਕਹਿੰਦੇ ਕੋਈ ਨਹੀਂ, ਜਲ ਪਾਣੀ ਛਕ ਲਓ, ਦੱਸ ਦਿੰਦੇ ਆ। ਇੰਨੇ ਚਿਰ ਨੂੰ ਕਹਿੰਦੇ ਕਾਫੀ ਪੁਰਾਣੀ ਸਮੇਂ ਦੀ ਕਥਾ ਹੈ। ਗ੍ਰੰਥੀ ਸਿੰਘ ਆ ਗਿਆ, ਗਜਾ ਕਰ ਦਿਓ ਪਹਿਲਾਂ। ਸੋ ਇਸ ਕਰਕੇ ਨਗਰਾਂ ਦੇ ਵਿੱਚ ਘਰ ਘਰ ਦੁੱਧ ਪ੍ਰਸ਼ਾਦਿਆਂ ਦੀ ਸੇਵਾ। ਉਹ ਜਲ ਪਾਣੀ ਛਕਿਆ ਤੇ ਜਦੋਂ ਭਾਈ ਸਾਹਿਬ ਆਏ ਤੇ ਉਹਨਾਂ ਸਾਈਕਲ ਡੱਕਿਆ ਤੇ ਆ ਕੇ ਤੇ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ। ਉਹਨਾਂ ਦਾ ਚੋਲਾ ਜਿਹੜਾ ਸੀ ਚਿੱਟਾ ਪਸੀਨੇ ਨਾਲ ਭਿੱਜਾ, ਹੱਥ 'ਚ ਡੋਲੂ ਉਹਨਾਂ ਦੇ, ਤੇ ਮਹਾਂਪੁਰਖ ਉੱਠ ਕੇ ਖੜੇ ਹੋ ਕੇ ਕਹਿੰਦੇ ਪਾਤਸ਼ਾਹੋ ਆ ਜਾਓ, ਅੱਗੇ ਆ ਜਾਓ। ਫਿਰ ਕਹਿੰਦੇ ਪਾਤਸ਼ਾਹੋ ਆ ਜਾਓ, ਇੱਥੇ ਬਹਿ ਜਾਓ। ਕਹਿੰਦੇ ਜਾਓ ਸਿੰਘੋ, ਸਮੁੰਦਰ ਗਰਮ ਕਰਕੇ ਲਿਆਓ ਵਧੀਆ ਗੁੜ ਪਾ ਕੇ। ਹਾਂ ਪਾਤਸ਼ਾਹ ਕੀ ਹਾਲ ਹੈ? ਉਹ ਜਿਹੜੇ ਬੈਠੇ ਸੀ ਪਹਿਲੇ ਮੱਥਾ ਟੇਕ ਕੇ ਵੀ ਉਹ ਹੈਰਾਨ ਹੈ ਵੀ ਕੱਪੜੇ ਦੇ ਗੰਦੇ ਆ, ਚੋਲਾ ਪਸੀਨੇ ਨਾਲ ਭਰਿਆ, ਹੱਥ 'ਚ ਡੱਬਾ ਵਾ। ਇਹ ਮਹਾਂਪੁਰਖਾਂ ਸਾਡੀਆਂ 50-50 ਲੱਖ ਦੀਆਂ ਗੱਡੀਆਂ ਖੜੋਤੀਆਂ, ਇੰਨਾ ਮੱਥਾ ਟੇਕਿਆ ਤੇ ਸਾਨੂੰ ਤੇ ਬਾਦਸ਼ਾਹ ਆਖਿਆ ਨਹੀਂ। ਤੇ ਰਮਝ ਹੁੰਦੀ ਹੈ, ਇੱਕ ਤੀਰ ਨਾਲ ਦੋ ਸ਼ਿਕਾਰ ਕਰਨੇ ਮਹਾਂਪੁਰਖਾਂ। ਉਹਨਾਂ ਨੂੰ ਉਪਦੇਸ਼ ਵੀ ਦੇ ਜਾਣਾ ਵਾ ਤੇ ਗੁਰੂ ਕੇ ਪਿਆਰੇ ਦੀ ਜੈ ਜੈਕਾਰ ਵੀ ਹੋ ਜਾਣੀ। ਤੇ ਜਦੋਂ ਜਲ ਪਾਣੀ ਛਕਿਆ ਕਿਤੇ ਪਾਤਸ਼ਾਹ ਹੋਰ ਸੇਵਾ, ਤੇ ਉਹਨਾਂ ਨੇ 5 ਰੁਪਏ ਮੱਥਾ ਟੇਕਿਆ
ਕਹਿੰਦੇ ਜੀ ਸੇਵਾ ਅਸੀਂ ਕਰਨੀ, ਤੁਸੀਂ ਕੌਣ ਹੁੰਦੇ ਸੇਵਾ ਕਰਨ ਵਾਲੇ? ਮਹਾਂਪੁਰਖ ਕਹਿੰਦੇ ਨਹੀਂ, ਕਬੀਰ ਸਾਹਿਬ ਡਿਊਟੀ ਲਾ ਕੇ ਗਏ, ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇੱਕ ਰਾਮ ਰਾਮ ਜੋ ਦਾਤਾ ਮੁਰਤ ਕੋ। ਸੰਤ ਜਪਾਵੈ ਨਾਮ। ਆ ਜਿਹੜੀ ਧਰਤੀ ਮਾੜੀ ਮੋੜ ਰੁਕੀ ਹੈ ਸਾਧੂਆਂ ਸਿਰ ਤੇ ਆ। ਭਜਨ ਬੰਦਗੀ ਜਿਹੜੇ ਕਰਨ ਜਾਂਦੇ ਭਲਾ ਉਹਨਾਂ ਕਰਕੇ ਟਿਕਿਆ, ਨਹੀਂ ਤੇ ਹੁਣ ਪਾਣੀ ਖਤਮ, ਉਮਰ ਘਟ ਗਈ, ਬਿਮਾਰੀਆਂ ਵੱਧ ਰਹੀਆਂ ਹਨ। ਇਹਦਾ ਕਾਰਨ ਇਹ ਹੈ ਕਿ ਨਾਮ ਘਟ ਗਿਆ। ਕੋਈ ਮੂੰਹ ਨਹੀਂ ਕਰਦਾ ਗੁਰੂ ਘਰ ਨੂੰ, ਕਥਾ ਕੀਰਤਨ, ਵਿਹਲੇ ਘਰਾਂ 'ਚ ਸਭ ਟੀਵੀ ਵੇਖੀ ਜਾਂਦੇ, ਮੰਜੇ ਭੰਨੀ ਜਾਂਦੇ। ਹੁਣ ਤਾਂ ਕੰਮ ਹੀ ਕੋਈ ਨਹੀਂ। ਪਹਿਲਿਆਂ ਨੂੰ ਕੰਮ ਹੁੰਦੇ ਸੀ ਹੱਥੀਂ ਕਰਨੇ, ਹੁਣ ਤਾਂ ਸਫਾਈ ਵਾਲੀ ਸਵੇਰੇ ਸਫਾਈ ਕਰ ਜਾਂਦੀ, ਨਾਲ ਸਬਜ਼ੀ ਚੀਰ ਜਾਂਦੀ, ਆਟਾ ਵੀ ਗੁੰਨ ਜਾਂਦੀ। ਆਪਾਂ ਤਾਂ ਖਾਣੀਆਂ ਹੀ ਹੈ, ਕਿਉਂਕਿ ਬੱਚੇ ਤਕਰੀਬਨ ਹੀ ਸਾਰੇ ਘਰਾਂ 'ਚੋਂ 3-4 ਮੈਂਬਰ ਵਿਦੇਸ਼ ਗਏ ਤੇ ਉਹ ਗੁਜ਼ਾਰੇ ਜੋਗੇ ਆਪਾਂ ਨੂੰ ਪਾ ਦਿੰਦੇ ਖਰਚਾ ਵਰਚਾ। ਇਸ ਕਰਕੇ ਮਹਾਂਪੁਰਖ ਕਹਿੰਦੇ ਵੀ ਹੋਰ ਕੋਈ ਸੇਵਾ ਪਾਤਸ਼ਾਹ। ਤੇ ਇਸ ਤਰ੍ਹਾਂ ਬਚਨ ਚੱਲਦੇ ਰਹੇ ਤੇ ਭਾਈ ਸਾਹਿਬ ਜੀ ਬੈਠ ਗਏ ਸਾਈਡ ਤੇ। ਉਹ ਇੱਕ ਕਾਲਾ ਸੀ ਆਪਣੇ ਵਰਗਾ, ਉਹਨੇ ਪੁੱਛ ਹੀ ਲਿਆ, ਕਹਿੰਦਾ ਮਹਾਂਪੁਰਖੋ ਵੀ ਤੁਸੀਂ ਵਾਰ-ਵਾਰ ਪਾਤਸ਼ਾਹ 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 ਹੀ ਕਰੀ ਜਾਂਦੇ ਆ, ਵੀ ਸਾਨੂੰ ਵੀ ਕੋਈ ਕਹਿ ਦਿਓ। ਕਹਿੰਦੇ ਤੈਨੂੰ ਕੀ ਕਹਿ ਦਈਏ? ਹਰ ਬੰਦੇ ਨੂੰ ਹੁੰਦਾ, ਭਾਵੇਂ ਮੈਂ ਹੀ ਹਾਂ ਜੀ, ਹਰ ਬੰਦਾ ਆਪਣਾ ਚਾਹੁੰਦਾ ਮਾਨਤਾ ਨਾ। ਤੇ ਉਸ ਵੇਲੇ ਮਹਾਂਪੁਰਖ ਕਹਿੰਦੇ ਵੀ ਕੀ ਹੋਇਆ? ਕਹਿੰਦੇ ਵੀ ਤੁਸੀਂ ਇਹਦੀ ਕੋਈ ਪਾਤਸ਼ਾਹ ਵਾਲੀ ਗੱਲਬਾਤ ਤੇ ਲੱਗਦੀ ਨਹੀਂ, ਵੀ ਚੋਲਾ ਇਹਦਾ ਫਟਿਆ, ਪਸੀਨੇ ਨਾਲ ਭਿੱਜਾ, ਹੱਥ 'ਚ ਡੱਬਾ ਫੜਿਆ, ਇਹ ਤੇ ਮਗਤਾ ਲੱਗਦਾ ਤੇ ਹੈ ਚਲੋ ਮਹਾਰਾਜ ਦਾ ਵਜ਼ੀਰ ਆ। ਤੇ ਮਹਾਂਪੁਰਖ ਕਹਿੰਦੇ ਕਾਰਨ ਪਤਾ ਕੀ ਹੈ? ਇਹਨੂੰ ਗੁਰੂ ਨਾਨਕ ਸਾਹਿਬ ਨੇ ਜਾਣ ਬੁੱਝ ਕੇ ਗਰੀਬ ਬਣਾਇਆ। ਬੜੀ ਠੰਡ ਪਈ ਜੀ ਆ ਕਥਾ ਸਾਹਿਬ। ਕਹਿੰਦੇ ਇਹਨੂੰ ਗੁਰੂ ਨਾਨਕ ਸਾਹਿਬ ਨੇ ਜਾਣ ਬੁੱਝ ਕੇ ਗਰੀਬ ਬਣਾਇਆ। ਕਹਿੰਦੇ ਉੱਦਾਂ ਇਹ ਪਾਤਸ਼ਾਹ ਵਾ। ਕਹਿੰਦੇ ਚਲੋ ਪਹਿਲਾਂ ਇਹ ਦੱਸੋ ਵੀ ਇਹ ਪਾਤਸ਼ਾਹ ਕਿਉਂ? ਤੇ ਬਾਬਾ ਜੀ ਕਹਿੰਦੇ ਹੁਣ ਗੁਰੂ ਨਾਨਕ ਸਾਹਿਬ ਵੀ ਦੱਸ ਸਕਦੇ। ਕਹਿੰਦੇ ਉਹ ਕਿਉਂ? ਕਹਿੰਦੇ ਉਹ ਕਹਿ ਕੇ ਗਏ ਆ, ਜਿਸ ਨੂੰ ਬਖਸ਼ੇ ਸਿਫਤ ਸਾਲਾ ਨਾਨਕ ਪਾਤਸ਼ਾਹੀ। ਮਹਾਂਪੁਰਖ ਕਹਿੰਦੇ ਬਾਬੇ ਨਾਨਕ ਨੂੰ ਸੱਦੋ। ਬਾਬੇ ਨਾਨਕ ਨੇ ਕਿਹਾ ਵੀ ਜਿਹੜਾ ਸਿਫਤ ਕਰਦਾ ਸਵੇਰੇ 2:30-3 ਵਜੇ ਉੱਠਦਾ ਵਾ, ਇਹ ਪਾਤਸ਼ਾਹ ਹੈ। ਤੇ ਉਹ ਅਮੀਰ ਕਹਿਣ ਲੱਗਾ, ਕਹਿੰਦਾ ਬਾਬਾ ਜੀ ਤੇ ਫਿਰ ਇਹ ਗਰੀਬ ਕਿਉਂ? ਕਹਿੰਦੇ ਇਹਨੂੰ ਜਾਣ ਬੁੱਝ ਕੇ ਗੁਰੂ ਨਾਨਕ ਸਾਹਿਬ ਨੇ ਗਰੀਬ ਬਣਾਇਆ। ਕਹਿੰਦੇ ਉਹ ਕਿਉਂ? ਕਹਿੰਦੇ ਉਹ ਇਸ ਕਰਕੇ ਤੁਸੀਂ ਅਮੀਰ ਆ। ਕਹਿੰਦੇ ਜੀ ਹਾਂ, ਬਹੁਤ ਕਿਰਪਾ। ਕਹਿੰਦਾ ਬਸ ਇਸ ਕਰਕੇ ਜਾਣ ਬੁੱਝ ਕੇ ਗਰੀਬ ਕੀਤਾ। ਕਹਿੰਦੇ ਕਿਉਂ ਕੀਤਾ ਜੀ? ਕਹਿੰਦੇ ਜੇ ਵੀ ਤੁਹਾਡੇ ਵਰਗਾ ਅਮੀਰ ਹੁੰਦਾ ਤੇ 3 ਵਜੇ ਕਦੇ ਨਾ ਉੱਠਦਾ। ਸਤਨਾਮ ਸ੍ਰੀ। ਇਹ ਵੀ ਤੁਹਾਡੇ ਵਰਗਾ ਅਮੀਰ ਹੁੰਦਾ ਤੇ ਪੋਥੀ ਨੂੰ ਕਦੇ ਹੱਥ ਹੀ ਨਾ ਲਾਉਂਦਾ। ਇੱਕ ਤੀਰ ਨਾਲ ਦੋ ਸ਼ਿਕਾਰ ਕੀਤੇ ਮਹਾਂਪੁਰਖਾਂ ਨੇ ਨਿਸ਼ਾਨਾ ਲਾਇਆ ਵੀ ਗ੍ਰੰਥੀ ਸਾਹਿਬ ਨੂੰ ਵਡਿਆਈ ਵੀ ਦੇ ਗਏ। ਤੇ ਉਹਨਾਂ ਨੇ ਆਖਿਆ ਸੀ ਨਾ ਬਾਬਾ ਜੀ ਕੋਈ ਉਪਦੇਸ਼ ਦਿਓ ਵੀ ਸਾਨੂੰ ਅਸੀਂ ਮੱਥਾ ਟੇਕਣਾ। ਉਹਨਾਂ ਨੂੰ ਉਪਦੇਸ਼ ਇਹ ਮਿਲ ਗਿਆ ਵੀ ਅੰਮ੍ਰਿਤ ਵੇਲੇ ਉੱਠ ਕੇ ਰੱਬ ਦੀ ਸਿਫਤ ਕਰਿਆ ਕਰ। ਇਹਨੂੰ ਕਹਿੰਦੇ ਸਾਧ ਕੀ ਮਹਿਮਾ ਵੇਦ ਨਾ ਜਾਣੇ, ਜੇਤਾ ਸੁਣੇ ਸਾਧ ਕੀ ਉਪਮਾ ਤੇ ਗੁਣ ਤੇ ਦੂਰ। ਸਾਧ ਕੀ ਉਪਮਾ ਰਹੀ ਭਰਪੂਰ। ਨਹੀਂ ਦੱਸ ਸਕਦਾ ਕੋਈ। ਗੁਰੂ ਅਰਜਨ ਸਾਹਿਬ ਕਹਿੰਦੇ ਉਹਨਾਂ ਦੀ ਉਪਮਾ। ਪਹਿਲਾਂ ਬੈਠੇ ਰਹੇ, ਜਦੋਂ ਬਚਨ ਕੀਤਾ ਤੇ ਦੋ ਨੂੰ ਇਕੱਠੇ ਨਿਹਾਲ ਕਰਤਾ। ਉਹਨਾਂ ਨੂੰ ਉਪਦੇਸ਼ ਮਿਲ ਗਿਆ ਵੀ ਅੰਮ੍ਰਿਤ ਵੇਲੇ ਬਾਦਸ਼ਾਹੀਆਂ ਮਿਲਦੀਆਂ ਤੇ ਵਜ਼ੀਰ ਦਾ ਰੁਤਬਾ ਵੀ ਦੱਸਤਾ ਵੀ ਕਿਤੇ ਲੋਕੀ ਇਹ ਨਾ ਸਮਝਣ ਵੀ ਖਰੇ ਮਗਤਾ ਹੀ ਹੈ। ਸੱਚਾਈ ਹੈ ਸੰਗਤ ਜੀ, ਆਪਾਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ। ਜੇ ਆਪਾਂ ਸਾਰੇ ਇੱਕੋ ਜਿਹੇ ਹੁੰਦੇ ਤੇ ਆਪਾਂ ਕਦੇ ਨਹੀਂ ਸੀ ਕਰਨਾ। ਰੱਬ ਨੇ ਥੋੜਾ ਜ਼ਰੂਰਤਾਂ ਪਾਈਆਂ ਵਾ, ਤਾਂ ਕਰਕੇ ਆਪਾਂ ਇੱਕ ਦੂਜੇ ਪ੍ਰਤੀ ਨਿਰਭਰ ਹਾਂ। ਤੁਹਾਨੂੰ ਲੋੜ ਪੈਣੀ ਹੈ ਸਾਡੀ ਤੇ ਸਾਨੂੰ ਪੈਣੀ ਹੈ ਤੁਹਾਡੀ। ਤੇ ਜੇ ਆਪਾਂ ਸਾਰੇ ਇੱਕ ਬੰਦਾ ਕਹਿੰਦਾ ਬਾਬਾ ਜੀ ਇਹ ਸਾਰੀ ਦੁਨੀਆ ਇੱਕੋ ਜਿਹੀ ਹੁੰਦੀ, ਮੈਂ ਕਿਹਾ ਕਿਸੇ ਹੱਥ ਨਹੀਂ ਸੀ ਲਾਉਣਾ। ਆਖੋ ਸਤਿ
ਇਹ ਉਹਨੇ ਖੇਡ ਖੇਡੀ ਹੈ। ਬਿਰਖੈ ਹੇਠ ਸਭ ਜਨਤੇ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ। ਉਹਦੀ ਚੱਕਰ ਹੈ ਕਰਮਾਂ ਦਾ, ਸਾਰਿਆਂ ਨੂੰ ਆਰੇ ਲਾਇਆ ਉਹਨੇ। ਜੇ ਸਾਰੇ ਅਮੀਰ ਹੁੰਦੇ ਤੇ ਜੁੱਤੀ ਬਣਾਉਂਦਾ ਕੌਣ ਤੇ ਗੰਢਦਾ ਕੌਣ? ਇਹ ਸਾਰਾ ਕੁਝ ਉਹਨੂੰ ਪਤਾ ਹੈ, ਕਰਮੀ ਆਪੋ ਆਪਣੀ। ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਇਹਨੂੰ ਜਾਣ ਕੇ ਗਰੀਬ ਕੀਤਾ, ਕਿਉਂਕਿ ਇਹਦੇ ਹੱਥ ਜੁੜੇ ਰਹਿਣਗੇ, ਗਲ 'ਚ ਪਰਨਾ ਰਹੂਗਾ ਤੇ ਪੋਥੀ ਪੜੂਗਾ ਤੇ ਸੰਗਤ ਨੂੰ ਸੁਣਾਊਗਾ। ਜਿੱਦਣ ਅਮੀਰ ਹੋ ਗਿਆ ਇਹਨੇ ਵੀ ਛੱਡ ਜਾਣਾ ਹੀ। ਇਹ ਸਜਾਈ ਜੇ ਜਿਵੇਂ ਜਿਵੇਂ ਫਰਕ ਪੈਂਦਾ ਨਾ ਬਾਅਦ 'ਚ ਫਿਰ ਬੰਦਾ, ਕਈ ਹੁਣ ਗ੍ਰੰਥੀ ਸਿੰਘ ਸਾਡੇ, ਉਹਨਾਂ ਦੇ ਬੱਚੇ ਸੈੱਟ ਹੋ ਗਏ, ਉਹਨਾਂ ਨੇ ਛੱਡਤਾ ਗ੍ਰੰਥੀ ਪੜ੍ਹਨਾ। ਕਿੱਥੇ ਉਹਨਾਂ ਨੂੰ 25 ਬਾਣੀਆਂ ਕੰਠ ਸੀ, ਕਿੱਥੇ ਜਪਜੀ ਸਾਹਿਬ ਹੀ ਭੁੱਲ ਗਿਆ। ਇਹ ਕਾਰਨ ਬਣ ਗਿਆ, ਕਿਉਂਕਿ ਜਦੋਂ ਬੱਚੇ ਟਿਕਾਣੇ ਉਹ ਕਹਿੰਦੇ ਬਾਪੂ ਛੱਡ ਦੇ ਤੂੰ ਗੁਰਦੁਆਰਾ, ਤੂੰ ਬਸ ਆਨੰਦ ਲੈ, ਹੁਣ ਅਸੀਂ ਆਪ ਕਮਾਈ ਕਰਦੇ ਹਾਂ। ਉਹ ਐਸਾ ਉਹਨਾਂ ਨੇ ਖਿੱਚ ਪਾਈ, ਉਹ ਸਗੋਂ ਜਿਹੜਾ ਪਿਆਰ ਸੀ ਉਹ ਗਵਾਚ ਗਿਆ। ਇਸ ਕਰਕੇ ਮਹਾਰਾਜ ਸਾਹਿਬ ਖੇਡਾਂ ਖੇਡਦੇ ਹਨ ਤੇ ਆਪ ਦੀ ਸੰਗਤ ਰੋਜ਼ ਤਰਸ ਕਰਕੇ ਸਾਨੂੰ ਨਿਵਾਜਦੇ ਹੋ। ਰਾਏ ਬੁਲਾਰ ਨੇ ਆਖਿਆ ਗੁਰੂ ਨਾਨਕ ਸਾਹਿਬ ਜੀ, ਪਿਤਾ ਜੀ ਤੁਹਾਡੇ ਮਾਤਾ ਪਿਤਾ ਬਿਰਹਾ ਦੇ ਸਾਗਰ 'ਚ ਡੁੱਬੇ ਆ। ਬਿਰਹਾ ਕਹਿੰਦੇ ਆ ਵਿਰਾਗ ਨੂੰ, ਕਹਿੰਦੇ ਸਾਗਰ ਵਿੱਚ ਡੁੱਬੇ ਆ ਤੇ ਮੋਹ ਵਿੱਚ ਮਗਨ ਆ। ਇਹ ਮੋਹ ਇਹਨਾਂ ਨੂੰ ਬਹੁਤ ਜ਼ਿਆਦਾ ਹੈ ਤੁਹਾਡੇ ਨਾਲ। ਹੀਨ ਅਲੰਬ ਤਰੈ ਤਿਹ ਕਿਉ ਕਰ, ਜਾਣਤ ਹੋ ਸਭ ਪੀਰ ਪਰਾਈ। ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ, ਇਹ ਕਿਹਦੇ ਆਸਰੇ ਤਰਨਗੇ? ਜੇ ਤੁਸੀਂ ਨਾ ਭਲਾ ਕਰੋਗੇ ਤੇ ਕੌਣ ਕਰੇਗਾ? ਇਸ ਕਰਕੇ ਤੁਸੀਂ ਪਰਾਈ ਪੀੜ ਨੂੰ ਜਾਣਦੇ ਹੋ। ਇੱਕ ਬਾਣੀ 'ਚ ਪੰਕਤੀ ਆਉਂਦੀ, ਕੌਣ ਜਾਣੈ ਪੀਰ ਪਰਾਈ। ਕੋਈ ਨਹੀਂ ਨਾ ਜਾਣਦਾ। ਮੰਨ ਲਓ ਦਾੜ ਪੀੜ ਤੁਹਾਡੀ ਹੁੰਦੀ, ਮੈਨੂੰ ਥੋੜਾ ਪਤਾ। ਪੀੜ ਢਿੱਡ 'ਚ ਜਿਹਦੀ ਹੁੰਦੀ ਉਹਨੂੰ ਪਤਾ, ਦੂਜੇ ਨੇ ਕਹਿਣਾ ਸੌਣ ਦੇ, ਤੂੰ ਸੌਣ ਨਹੀਂ ਦਿੰਦਾ। ਉਹ ਹੈ ਕਰਦਾ, ਉਹ ਕਹਿੰਦੇ ਸਾਡੇ ਨਾਲ ਕੰਨ ਖਾ ਨੀਂਦ ਆਈ ਹੈ। ਮਹਾਰਾਜ ਕਹਿੰਦੇ ਕੌਣ ਜਾਣੇ ਹਮ ਨਾਹੀ। ਤੇ ਰਾਏ ਬੁਲਾਰ ਕਹਿੰਦੇ ਬਾਬਾ ਨਾਨਕ ਜੀ ਤੁਸੀਂ ਸਾਡੀਆਂ ਪੀੜਾਂ ਜਾਣਦੇ ਹੋ। ਇਹ ਸੱਚਾਈ ਹੈ। ਜੇ ਗੁਰੂ ਹਰਗੋਬਿੰਦ ਸਾਹਿਬ ਨੇ ਪੀੜ ਹੰਢਾਈ, ਬਾਬਾ ਬਿਧੀ ਚੰਦ ਭੱਠੀ 'ਚ ਬੈਠਾ, ਅੱਗ ਮੱਚਦੀ, ਬੀਬੀ ਡਾਈ ਆਉਂਦੀ ਲੱਕੜਾਂ ਦੇ ਤਰੇ, ਤੇ ਬਾਬਾ ਬਿਧੀ ਚੰਦ ਉੱਥੇ ਬੈਠੇ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਧੰਨ ਗੁਰੂ ਤੇ ਸਤਿਗੁਰੂ ਮਹਾਰਾਜ ਜੀ। ਇੱਧਰ ਵੇਖੋ ਪਾਣੀ ਪਵਾ ਰਿਹਾ ਸੰਗਤਾਂ ਤੋਂ। ਗੁਰੂ ਤੁਹਾਡੀ ਪੀੜ ਲੈ ਲੈਂਦਾ ਜੇ, ਜਾਂ ਰੱਬ ਦੇ ਪਿਆਰੇ ਲੈ ਸਕਦੇ ਤੁਹਾਡੀ ਪੀੜ। ਕਈ ਸਾਧੂ ਸੰਤ ਪੁੱਜੇ ਹੁੰਦੇ, ਪਰ ਉਹਨਾਂ ਦਾ ਅੰਤ ਕਿੱਦਾਂ ਬੁਰਾ ਆਉਂਦਾ। ਤੇ ਲੋਕੀ ਕਹਿੰਦੇ ਇੰਨੇ ਸਾਧੂ ਤੇ ਇੰਨੇ ਔਖੇ ਹੁੰਦੇ, ਆਪਣਾ ਕੀ ਬਣੂ? ਦਰਅਸਲ ਉਹ ਤੁਹਾਡੀਆਂ ਹੀ ਦਿੱਤੀਆਂ ਦੁਆਵਾਂ, ਕਿਉਂਕਿ ਜਿਹੜੀਆਂ ਸੰਗਤਾਂ ਪਿਆਰ ਕਰਦੀਆਂ ਫਿਰ ਸਾਧੂ ਹੁੰਦੇ ਨਰਮ ਦਿਲ। ਉਹ ਅਰਦਾਸ ਬੇਨਤੀ ਕਰਕੇ ਤੁਹਾਡਾ ਜਿਹੜਾ ਵਾਧਾ ਘਾਟਾ ਆਪਣੇ ਸਰੀਰ ਤੇ ਲੈ ਕੇ ਤੁਹਾਨੂੰ ਸੇਵਾ ਲਾ ਦਿੰਦੇ। ਕਹਿੰਦੇ ਨਾ ਮਹਾਂਪੁਰਖ ਫਲਾਣੀ ਸੇਵਾ ਕਰ ਦਿਓ, ਤੁਸੀਂ ਸੇਵਾ ਕਰਦੀ, ਤੁਹਾਡਾ ਉਹ ਜਿਹੜਾ ਕਾਰੋਬਾਰ 'ਚ ਕੋਈ 1-2 ਨੰਬਰ ਉਹ ਫਿਰ ਉਹਨਾਂ ਦੇ ਉੱਤੇ ਆਉਣਾ। ਬਾਬਾ ਈਸ਼ਰ ਸਿੰਘ ਜੀ ਮਹਾਂਪੁਰਖਾਂ ਦੇ ਬਚਨ ਸੀ, ਕਹਿੰਦੇ ਪਰੇ ਉਪਕਾਰ ਵਾਸਤੇ ਮੰਗਿਆ ਪੈਸਾ ਵੀ ਬੰਦੇ ਦੀ ਆਤਮਾ ਤੇ ਬੋਝ ਬਣਦਾ। ਜਿਹੜਾ ਆਪਾਂ ਕਿਸੇ ਨੂੰ ਕਹਿ ਦਿੰਦੇ ਨਾ ਬਾਪੂ ਜੀ ਆ ਸੇਵਾ ਕਰਾ ਦਿਓ, ਤੁਹਾਡੇ ਤਰ ਜਾਣੇ ਆ। ਤੇ ਜਿੰਨੇ ਵਿੱਚ ਬਣ ਕੇ ਕਰਾਈ, ਮਹਾਂਪੁਰਖਾਂ ਦੇ ਬਚਨ ਹੈ ਵੀ ਉਹਨੂੰ ਆਪਣੀ ਬੰਦਗੀ ਵਧਾਉਣੀ ਪੈਣੀ। ਉਹਨੂੰ ਜਿੱਥੇ ਇੱਕ ਸੁਖਮਨੀ ਸਾਹਿਬ 5 ਕਰਨੇ ਪੈਣੇ, ਕਿਉਂਕਿ ਉਹ ਵਿਚੋਲਾ ਏ, ਉੱਤੇ ਭਾਰ ਪੈਣਾ। ਇਹ 'ਚ ਕੋਈ ਸ਼ੱਕ ਨਹੀਂ ਹੈ, ਕਿਉਂਕਿ ਤੁਸੀਂ ਕਿਰਤੀ ਆ। ਜੋ ਵੀ ਅਸੀਂ ਤੁਹਾਨੂੰ ਕਹਿ ਦਿੰਦੇ ਤੁਸੀਂ ਨਾ ਨਹੀਂ ਨਾ ਕਰਦੇ, ਭਾਵੇਂ ਔਖੇ ਹੋ ਸੌਖੇ ਹੋ, ਤੁਸੀਂ ਕਹਿਣਾ ਬਾਬਾ ਜੀ ਨੇ ਸੇਵਾ ਲਈ ਕਰਨੀ ਹੋ। ਤੁਹਾਡੇ ਬੱਚੇ ਵਿਚਾਰੇ ਦਿਨੇ ਰਾਤ ਮਿਹਨਤਾਂ ਕਰਦੇ, ਤੇ ਮਹਾਰਾਜ ਨੇ ਆਖਿਆ ਵੀ ਜੇ ਪੁੱਤ ਹੁਕਮ ਕਰਕੇ ਸੇਵਾ ਕਰਾਈ ਹੈ ਤੇ ਇਹਨਾਂ ਵਾਸਤੇ ਕੋਈ ਕਰ ਵੀ ਕਰ। ਕੋਈ ਸੁਖਮਨੀ ਸਾਹਿਬ ਕਮਰੇ 'ਚ ਬਹਿ ਕੇ ਕਰਨੇ ਪੈਣੇ ਆ, ਨਹੀਂ ਤੇ ਫਿਰ ਔਖੇ ਹੋਵਾਂਗੇ। ਤੋ ਇਸ ਕਰਕੇ ਕੌਣ ਜਾਣੇ ਪੀਰ ਪਰਾਈ। ਕੋਈ ਕਿਸੇ ਦੀ ਪੀੜ ਨਹੀਂ ਲੈ ਸਕਦਾ ਤੇ ਨਾ ਲਈ ਜਾਂਦੀ ਹੈ। ਕਰਮੀ ਆਪੋ, ਪਰ ਗੁਰੂ ਲੈ ਲੈਂਦਾ। ਇੱਕ ਨਾ ਦੇਵੀ ਚੰਦ ਹੋਇਆ, ਦੁਨੀ ਚੰਦ ਦਾ ਵਜ਼ੀਰ ਸੀ। ਦੁਨੀ ਚੰਦ ਕਹਿਲੂਰ ਦਾ ਰਾਜਾ, ਭੀਮ ਚੰਦ ਵਾਹਿਗੁਰੂ, ਤੇ ਦੇਵੀ ਚੰਦ ਉਹਦਾ ਵਜ਼ੀਰ ਸੀ। ਤੇ ਉਹਨੇ ਆਖਿਆ ਵੀ ਗੁਰੂ ਸਾਹਿਬ ਦੀ ਚੜ੍ਹਤ ਨੂੰ ਰੋਕਣਾ ਮੈਂ। ਤੇ ਉਹਨੇ ਆਖਿਆ ਮੇਰੀ ਗੱਲ ਸੁਣ ਲਾ ਰਾਜਾ, ਤੇਰੇ ਵੱਡੇ ਕੈਦ ਕਰਵਾਏ ਸੀ, ਇਹਦੇ ਦਾਦੇ ਨੇ ਛਡਵਾਏ ਸੀ। ਗੁਰੂ ਗੋਬਿੰਦ ਸਿੰਘ ਦੇ ਦਾਦਾ ਜੀ ਕੌਣ ਹੈ? ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰੀ ਦੇ ਮਾਲ। ਕਹਿੰਦੇ ਇਹਦੇ ਦਾਦੇ ਨੇ 52 ਦੀਵਾਲੀ ਜਿਹਨੂੰ ਉਹ ਬੰਦੀ ਛੋੜ ਕੇ ਦੇ
ਉਹ ਰਾਤ ਨੂੰ ਦੀਪਮਾਲਾ ਉਹ 52 ਰਾਜੇ ਮਹਾਰਾਜ ਨੇ ਬੰਦੀ ਛੋੜ ਕੀਤੇ। ਕਹਿੰਦੇ ਤੇਰੇ ਵੱਡੇ ਵਡੇਰੇ ਗਵਾਲੀਅਰ ਚੋਂ ਇਹਦਾ ਦਾਦਾ ਲੈ ਕੇ ਆਇਆ ਸੀ, ਇਸ ਘਰ ਨਾਲ ਮੱਥਾ ਨਾ ਲਾਈ, ਇਹ ਘਰ ਨੂੰ ਮੱਥਾ ਟੇਕੀ। ਕਹਿੰਦਾ ਨਹੀਂ, ਕੱਲ ਦੀ ਉਮਰ ਹੈ, ਥੋੜੀ ਜੀ ਉਮਰ ਹੈ, ਗੋਬਿੰਦ ਰਾਏ ਦੀ ਨਗਾਰੇ ਵਜਾਉਂਦਾ ਹੈ, ਸਾਨੂੰ ਡਰਾਉਂਦਾ ਹੈ। ਤੇ ਉਹਨੇ ਇੰਨਾ ਹੀ ਕਿਹਾ ਸੀ, ਕਹਿੰਦੇ ਜਿਹੜਾ ਵੀ ਇਸ ਘਰ ਨਾਲ ਅੜਿਆ ਉਹ ਚੜ ਗਿਆ। ਤੇ ਗੁੱਸੇ 'ਚ ਆ ਕੇ ਕਹਿੰਦਾ ਲੂਣ ਮੇਰਾ ਖਾਨਾ ਤੇ ਕਥਾ ਗੁਰੂ ਦੀ ਕਰਦਾ। ਤੇ ਸਜ਼ਾ ਕੀ ਦਿੱਤੀ? ਕਹਿੰਦੇ ਪਹਾੜੀ ਤੇ ਲਿਜਾ ਕੇ ਇਹਦੀਆਂ ਅੱਖਾਂ 'ਚ ਕਿੱਲ ਠੋਕ ਦਿਓ। ਵਾਹਿਗੁਰੂ। ਕੌਣ ਜਾਣੇ? ਹੁਣ ਧਿਆਨ ਦਿਓ ਤੁਸੀਂ, ਆਪਾਂ ਬਾਪੂ ਕੋਲ ਬੈਠੇ, ਦੁਨੀਆ ਤੇ ਕੋਈ ਵੀ ਐਸਾ ਨਹੀਂ ਜਿਹੜਾ ਤੁਹਾਡੀ ਪੀੜ ਲੈ ਲੇ, ਗੁਰੂ ਲੈ ਲੈਂਦਾ। ਉੱਥੇ ਕੀ ਹੋਇਆ? ਉਹਨਾਂ ਨੇ ਹੱਥ ਬੰਨ ਲਏ ਪਿਛਾਂ, ਤੱਤੀਆਂ ਸੀਖਾਂ ਕਰ ਲੀਆਂ ਤੇ ਕਹਿੰਦੇ ਇੱਛਾ ਹੈਗੀ ਕੋਈ? ਕਹਿੰਦਾ ਹੱਥ ਧਵਾ ਕੇ, ਮੂੰਹ ਹੱਥ ਧਵਾ ਦਿਓ, ਹੱਥ ਖੋਲ ਕੇ। ਇਹਦੇ ਕੀ ਕਰਨਾ ਹੀ? ਕਹਿੰਦਾ ਗੁਰੂ ਨਾਨਕ ਦੇ ਘਰ ਅੱਗੇ ਅਰਦਾਸ ਕਰਨੀ, ਬਿਰਥੀ ਕਦੇ ਨਾ ਹੋਈ ਜਨ ਕੀ ਅਰਦਾਸ। ਬਿਰਥੀ ਨਹੀਂ ਹੁੰਦੀ ਰੱਬ ਦੇ ਪਿਆਰਿਆ, ਨਾ ਰੱਬ ਮੋੜਦਾ ਹੀ ਹਰ ਕੀ ਬਾਂਦੀ ਭਗਤ ਛੁਡਾਵੇ। ਕਹਿੰਦੇ ਇਦਾਂ ਹੱਥ ਜੋੜ ਕੇ ਅਰਦਾਸ ਕੀਤੀ, ਹੇ ਗੁਰੂ ਗੋਬਿੰਦ ਸਿੰਘ, ਗਰੀਬ ਨੇ ਤੇਰੇ ਘਰ ਦੀ ਕਥਾ ਕੀਤੀ, ਉਸਤਤ ਕੀਤੀ ਹੈ ਤੇ ਲਾਜ ਰੱਖਿਆ, ਤੇਰੇ ਚਰਨਾਂ 'ਚ ਬੇਨਤੀ ਹੈ। ਇਤਿਹਾਸ ਕਹਿੰਦਾ ਉਹਦੀਆਂ ਅੱਖਾਂ ਦੇ ਵਿੱਚ ਕਿੱਲ ਠੋਕ ਕੇ ਪਹਾੜੀ ਤੋਂ ਸੁੱਟਿਆ, ਜਦੋਂ ਥੱਲੇ ਡਿੱਗਾ ਤੇ ਅੱਖਾਂ ਖੋਲੀਆਂ ਤੇ ਨਰੋਈਆਂ। ਤੇ ਇਧਰ ਮਹਾਰਾਜ ਸੰਗਤ ਵਿੱਚ ਇਦਾਂ ਬੈਠੇ ਸੁਭਾਏ ਮਨ ਤਖਤ ਤੇ, ਇਹ ਬੈਠਿਆਂ ਬੈਠਿਆਂ ਮਹਾਰਾਜ ਦੇ ਦੋਵੇਂ ਚਰਨਾਂ 'ਚ ਲਹੂ ਵਗਣ ਲੱਗ ਪਿਆ, ਛੱਪੜ ਲੱਗ ਗਿਆ। ਸਿੰਘਾਂ ਨੇ ਪੁੱਛਿਆ, ਕਹਿੰਦੇ ਪਾਤਸ਼ਾਹ ਇਹ ਕੀ ਕੌਤਕ ਵੀ ਤੁਸੀਂ ਬੈਠੇ ਬੈਠੇ ਚਰਨਾਂ 'ਚੋਂ ਲਹੂ ਵਰਤਾਤਾ? ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਐ ਜਿਹਦੇ ਨਾਲ ਬੀਤੀ ਹੈ ਆਪੇ ਆ ਕੇ ਦੱਸੂਗਾ। ਉਹ ਉੱਥੇ ਗਿਆ, ਭੱਜਾ ਜਾ ਕੇ ਕਹਿੰਦਾ ਮਹਾਰਾਜ ਇਹ ਕੀ? ਪਾਤਸ਼ਾਹ ਕਹਿੰਦੇ ਸੱਚਾ ਪਿਆਰ ਕੀਤਾ ਤੂੰ, ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ, ਗੁਰੂ ਦੇ ਨਾਲ ਖੜੋ ਗਿਆ। ਜਿਹੜਾ ਗੁਰੂ ਵਾਸਤੇ ਖੜੋਂਦਾ ਫਿਰ ਗੁਰੂ ਉਹਦੇ ਵਾਸਤੇ। ਬੜੀਆਂ ਕਥਾ ਉਹ ਢਾਲ ਸੀ ਨਾ ਲਾਲ ਸਿੰਘ ਦੀ, ਕਹਿੰਦਾ ਮਹਾਰਾਜ ਇਹਦੇ ਵਿੱਚੋਂ ਤੇ ਗੋਲੀ ਨਹੀਂ ਲੰਘ ਸਕਦੀ, ਭਾਵੇਂ 4 ਚਲਾ ਲਓ। ਮਹਾਰਾਜ ਕਹਿੰਦੇ ਫਿਰ ਕੱਲ ਨੂੰ ਛਾਤੀ ਤੇ ਬੰਨ੍ਹ ਕੇ ਆਈ। ਤੇ ਘਰ ਵਾਲੀ ਨੇ ਆਖਿਆ ਕਿਹੜੇ ਘਰ ਨਾਲ ਮੱਥਾ ਲਾ ਆਇਆ? ਗੁਰੂ ਨਾਨਕ ਦੇ ਘਰ ਨਾਲ। ਤੂੰ ਮਰਨਾ ਏ ਗੁਰੂ ਸਾਹਿਬ ਦੇ ਅੱਗੇ ਤੇ ਪਹਾੜ ਚੂਰ ਹੋ ਜਾਂਦੇ ਐ। ਗਲਤੀ ਦੀ ਅਹਿਸਾਸ ਹੋਇਆ ਤੇ ਕਹਿੰਦਾ ਹੁਣ ਕਰਾਂ ਕੀ? ਕਹਿੰਦੀ ਸਵੇਰੇ ਬੰਨ੍ਹ ਕੇ ਲਿਜਾ। ਫਿਰ ਮਹਾਰਾਜ ਨੇ ਗੋਲੀ ਚਲਾਉਣੀ ਸਿੱਧੀ ਤੇ ਫਿਰ ਵੇਖੀ ਜਾਓ। ਕਹਿੰਦਾ ਕੋਈ ਭਲਾ ਹੋਣੀ ਹੈ ਮੈਨੂੰ ਦੱਸ ਦਿਓ ਪਾ। ਕਹਿੰਦੇ ਗੁਰੂ ਨਾਨਕ ਦੇ ਘਰ ਜਦੋਂ ਸਾਰੇ ਪਾਸੇ ਜਵਾਬ ਦੇ ਜਾਣ ਤੇ ਅਰਦਾਸ ਹੀ ਕੰਮ। ਵਾਹ ਜੀ ਵਾਹ। ਉਹਨੇ ਕਿਹਾ ਅਰਦਾਸ, ਉਹਨੇ ਕੀ ਕੀਤਾ ਸਾਰੀ ਰਾਤ ਅਰਦਾਸ ਕਰੀ ਗਿਆ। ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਸਾਹਿਬ ਸਹਾਏ, ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ, ਹਰਿ ਕ੍ਰਿਸ਼ਨ ਧਿਆਈਐ ਜਿਸ ਮਿੱਠੇ ਸਭ ਦੁਖ ਜਾਏ, ਏਕ ਬਹਾਦਰ ਸਿਮਰਿਐ ਧਰ ਨਾਉ ਨਿਤਾਵੈ ਤਾਏ, ਸਭ ਥਾਈ ਕੋਈ ਸਹਾਏ। ਇਤਿਹਾਸ ਕਹਿੰਦਾ ਹੈ ਕਿ ਜਦੋਂ ਮਹਾਰਾਜ ਸਾਹਿਬ ਨੇ ਨਿਸ਼ਾਨਾ ਕੱਸਿਆ, ਦੀਵਾਨ ਸਜਿਆ ਤੇ ਨਾਲੇ ਸਿੰਘ ਦੰਦੀਆਂ ਕਰਦੇ ਕਿ ਮਹਾਰਾਜ ਚਲਾ ਦਿਓ, ਨੱਪ ਦਿਓ ਘੋੜਾ। ਤੇ ਹਜੂਰ ਨੇ 9 ਵਾਰ ਨਿਸ਼ਾਨਾ ਕੱਸਿਆ। ਕੱਸਦੇ ਆ ਫੇਰ ਥੱਲੇ ਕਰ ਲੈਂਦੇ, ਫੇਰ ਕੱਸਦੇ ਤੇ ਕਹਿੰਦੇ ਮਹਾਰਾਜ ਚਲਾਉਂਦੇ ਨਹੀਂ ਐ। ਪਾਤਸ਼ਾਹ ਹੱਸ ਪਏ, ਕਹਿੰਦੇ ਵਿਚੋਲਾ ਮਿਲ ਗਿਆ ਕੋਈ। ਕਹਿੰਦੇ ਵਿਚੋਲਾ ਮਿਲ ਗਿਆ ਤੈਨੂੰ। ਕਹਿੰਦੇ ਕੀ ਹੋਇਆ ਜੀ? ਕਹਿੰਦੇ ਕੀ ਕਰੀਏ, ਜੋ ਪਹਿਲੀ ਵਾਰੀ ਨਿਸ਼ਾਨਾ ਕੱਸਿਆ ਤੇ ਗੁਰੂ ਨਾਨਕ ਸਾਹਿਬ ਅੱਗੇ ਆ ਗਏ, ਦੂਜੀ ਵਾਰੀ ਕੱਸਿਆ ਗੁਰੂ ਅੰਗਦ ਸਾਹਿਬ ਆਣ ਖੜੋਤੇ ਆ, ਤੀਜੀ ਵਾਰ ਗੁਰੂ ਅਮਰਦਾਸ ਪਾਤਸ਼ਾਹ, ਚੌਥੀ ਵਾਰ ਗੁਰੂ ਰਾਮਦਾਸ। ਕਹਿੰਦੇ ਇਹਨੇ ਪਾਤਸ਼ਾਹੀਆਂ ਦੇ ਚਰਨ ਫੜ ਲਿਆ ਤੇ ਹੁਣ ਪਾਤਸ਼ਾਹੀਆਂ ਨੇ ਇਹਦਾ ਸਹਾਰਾ ਬਣ ਕੇ ਇਹਦੀ ਬਾਂਹ ਫੜ ਲਈ ਆ। ਸਤਿ ਸ੍ਰੀ ਅਕਾਲ। ਇਹ 'ਚ ਕੋਈ ਸ਼ੱਕ ਨਹੀਂ ਸਾਧ ਸੰਗਤ, ਬੜੀਆਂ ਹੀ ਕਥਾ। ਇੱਕ ਵੀਰ ਨੇ ਇੰਟਰਵਿਊ ਦਿੱਤੀ, ਕਹਿੰਦੇ ਮੈਂ ਅੰਮ੍ਰਿਤ ਛਕਿਆ ਸੀ ਤੇ ਮੈਂ ਬਾਹਰ ਚਲੇ ਗਿਆ ਅੱਜ ਤੋਂ ਕੋਈ 50-60 ਸਾਲ ਪਹਿਲਾਂ। ਹੁਣ ਤੇ ਆਪਣੇ ਪੰਜਾਬੀਆਂ ਨੇ ਪੰਜਾਬ ਹੀ ਬਣਾਤਾ ਬਾਹਰ, ਉਦੋਂ ਬਹੁਤ ਵਿਰਲੇ ਸੀ। ਤੇ ਕਹਿੰਦੇ ਉੱਥੇ ਮੈਨੂੰ ਕੰਮ ਨਾ ਮਿਲੇ, ਜਿੱਥੇ ਜਾਵਾਂ ਉਹ ਕਹਿੰਦੇ ਦਾੜੀ ਕਟਾ, ਉਹ ਤਾਂ ਕੰਮ ਨਹੀਂ ਸੀ ਦਿੰਦੇ। ਕਹਿੰਦੇ ਮੈਂ ਇੰਨਾ ਤਪ ਗਿਆ, ਮੈਂ ਰੋਂਦਾ ਹੋਇਆ ਸਮਾਨ ਬੱਧਾ ਤੇ ਮੈਂ ਕਿਹਾ ਵੀ ਦਿਹਾੜੀ ਕਰਾਂਗੇ, ਬਾਜਾਂ ਵਾਲੇ ਦੀ ਸਿੱਖੀ ਨਹੀਂ ਕਵਾਉਣੀ।
ਕਹਿੰਦੇ ਮੈਂ ਵਾਪਸ ਏਅਰਪੋਰਟ ਤੇ ਜਦੋਂ ਚੜ੍ਹਨ ਲੱਗਾ ਨਾ ਅਰਦਾਸ ਕਰਕੇ ਰੋਈ ਗਿਆ। ਕਹਿੰਦੇ ਕਿਸੇ ਸਰਦਾਰ ਨੇ ਮੋਢੇ ਤੇ ਹੱਥ ਰੱਖਿਆ, ਕਹਿੰਦੇ ਕਾਕਾ ਰੋਂਦਾ ਕਿਉਂ? ਉਹਨੇ ਫਿਰ ਸਾਰੀ ਗੱਲ ਦੱਸੀ। ਕਹਿੰਦੇ ਜੀ ਇੱਦਾਂ ਮੈਨੂੰ ਕੰਮ ਨਹੀਂ ਮਿਲਦਾ, ਕਰਜ਼ਾ ਚੜ੍ਹ ਗਿਆ ਤੇ ਮੈਂ ਵਾਪਸੀ ਕਰ ਦੇਣ ਲੱਗਾ, ਮੇਰਾ ਕੰਮ ਨਹੀਂ ਚੱਲਿਆ। ਕਹਿੰਦੇ ਬੇਟਾ ਇੱਦਾਂ ਕਰ, ਕੁਝ ਦਿਨ ਠਹਿਰ ਤੇ ਮੈਂ ਵਾਅਦਾ ਤੇ ਤੈਨੂੰ ਦੇ ਨਹੀਂ ਸਕਦਾ, ਚੱਲ ਤੇਰਾ ਕਮਰੇ ਦਾ ਰੈਂਟ ਤੇ ਪ੍ਰਸ਼ਾਦਾ ਮੇਰੇ ਵੱਲੋਂ ਤੇ ਤੂੰ ਉਡੀਕ ਕਰ ਲੈ, ਸ਼ਾਇਦ ਗੱਲ ਬਣ ਜੇ। ਕਹਿੰਦੇ ਉਹ ਬੰਦਾ ਨਹੀਂ, ਉਹ ਗੁਰੂ ਸੀ, ਕਿਸੇ ਦੇ ਰਾਹੀਂ ਹੱਥ ਰੱਖਿਆ। ਸਮਰੱਥ ਗੁਰੂ ਸਿਰ ਹੱਥ ਧਰਿਓ। ਅੱਜ ਉਹ ਇਨਸਾਨ ਕਹਿੰਦਾ ਕਿੱਥੇ ਮੈਨੂੰ ਦਿਹਾੜੀ ਨਹੀਂ ਸੀ ਲੱਭਦੀ ਅਮਰੀਕਾ ਵਿੱਚ, ਅੱਜ 150 ਗੋਰਾ ਮੇਰੀ ਦਿਹਾੜੀ ਕਰਦਾ, 150 ਗੋਰਾ ਉਹਦੀ ਦਿਹਾੜੀ ਕਰਦਾ। ਇੰਨਾ ਕਾਰੋਬਾਰ ਚਲਾਇਆ ਮਹਾਰਾਜ ਨੇ। ਸਹੀ ਕਿਤੇ ਕਿਤੇ ਗੁਰੂ ਪਰਖ ਵੀ ਲੈਂਦਾ, ਅਸੀਂ ਡੋਲ ਜਾਂਦੇ। ਸਾਨੂੰ ਮਿੰਟ ਚਾਹੀਦਾ, ਪਤਾ ਨਹੀਂ ਗੁਰੂ ਅਰਜਨ ਸਾਹਿਬ ਇਹ ਕਈ ਪਤਾ ਕਹਿਣਗੇ ਲੈ ਜੀ ਗੁਰੂ ਗ੍ਰੰਥ ਸਾਹਿਬ ਨਾ ਠੰਡੇ ਆ, ਇਹ ਗੁਰੂ ਨਾਨਕ ਦਾ ਘਰ ਨਾ ਛੇਤੀ ਨਹੀਂ ਸੁਣਦਾ, ਫਲਾਣਾ ਬਾਬਾ ਬੜੀ ਛੇਤੀ ਸੁਣਦਾ। ਉਹ ਕਹਿੰਦੇ ਪੜਿਆ ਤੂੰ ਕਦੇ ਵਰਤ ਕੇ ਨਹੀਂ ਵੇਖਿਆ, ਤੈਨੂੰ ਵਰਤਣਾ ਨਹੀਂ ਆਉਂਦਾ, ਤੈਨੂੰ ਮੰਗਣਾ ਨਾ ਆਵੇ ਫਕੀਰ ਕੀ ਕਰੇ, ਹੈ ਝੋਲੀ ਅੱਡਣੀ ਨਾ ਆਵੇ ਗੁਰੂ ਪੀਰ ਕੀ ਕਰੇ। ਤੋ ਇਸ ਕਰਕੇ ਸਾਧ ਸੰਗਤ ਬੇਅੰਤ ਕਥਾ ਐਸੀਆਂ ਨੇ। ਮਹਾਰਾਜ ਹਾਜ਼ਰੀ ਲਾ ਦਿੰਦੇ ਜਦੋਂ ਕੋਈ ਦਿਲੋਂ ਪਿਆਰ ਕਰਦਾ। ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ। ਇਹ ਭਾਈ ਦੇਵੀ ਚੰਦ ਨੇ ਆਖਿਆ ਮਹਾਰਾਜ ਤੁਹਾਡੇ ਚਰਨਾਂ 'ਚ ਲਊ। ਕਹਿੰਦੇ ਜਦੋਂ ਸਿੱਖਾ ਅਰਦਾਸ ਕੀਤੀ ਸੀ ਕਿੱਥੇ ਕੀਤੀ, ਕਾਹਦਾ ਧਿਆਨ ਧਰਿਆ? ਇਹ ਕਹਿੰਦੇ ਮਹਾਰਾਜ ਤੇਰੇ ਚਰਨਾਂ ਦਾ ਧਿਆਨ। ਮਹਾਰਾਜ ਕਹਿੰਦੇ ਇਸ ਕਰਕੇ ਚਰਨਾਂ 'ਚ ਕਿੱਲ ਪਵਾਏ, ਜੇ ਕਿਤੇ ਹਿਰਦੇ ਦਾ ਧਿਆਨ ਧਰਦਾ ਤੇ ਇੱਥੇ ਪਵਾ ਲੈ। ਸਤਿਗੁਰ ਸਿੱਖ ਕਾ ਪਰਦਾ ਢਾਕੈ, ਗੁਰ ਕਾ ਸਿੱਖ ਬੇਕਾਰ ਤੇ ਹਟੈ। ਇਹ ਦੋ ਪੰਕਤੀਆਂ ਬੜੀਆਂ ਗੌਰ ਵਾਲੀਆਂ। ਅੱਜ ਚੱਕਰ ਕਿੱਥੇ ਪੈਂਦਿਆ ਵੀ ਗੁਰੂ ਪਰਦਾ ਢੱਕਦਾ ਪਰ ਤੂੰ ਬੁਕਾਰੀ ਆ। ਆਪਣੇ 'ਚ ਨੁਕਸ ਕੀ? ਮਹਾਰਾਜ ਨੇ ਦੋ ਪੰਕਤੀਆਂ ਲਿਖੀਆਂ, ਸਤਿਗੁਰ ਸਿੱਖ ਕਾ ਪਰਦਾ ਢਾਕੈ, ਪਰ ਨਾਲ ਹੀ ਇਹ ਵੀ ਸ਼ਰਤ ਲਿਖਦੀ ਵੀ ਇੱਕ ਸ਼ਰਤ ਆ, ਮੈਂ ਤਾਂ ਢੱਕੂੰਗਾ ਤੇਰੇ 'ਚ ਵਕਾਰ ਨਾ ਹੋਣ। ਇੱਥੇ ਫੇਲ ਹੋ ਜਾਂਦੇ ਆਪਾਂ ਸਾਰੇ, ਕਿਉਂਕਿ ਆਪਾਂ ਵਕਾਰੀ ਆ। ਝੂਠ, ਨਿੰਦਿਆ, ਚੁਗਲੀ, ਪਰਾਇਆ ਰੂਪ ਵੇਖਣਾ, ਅੰਦਰ ਮੈਲ ਰੱਖਣੀ। ਮਹਾਰਾਜ ਨੇ ਪੰਕਤੀ ਤੇ ਪੰਕਤੀ ਨਾਲ ਹੀ ਲਿਖਤੀ ਵੀ ਤੇਰੇ ਪਰਦੇ ਢੱਕੂ ਪਰ ਤੇਰੇ 'ਚ ਨੁਕਸ ਨਾ ਹੋਵੇ। ਜੇ ਨੁਕਸ ਹੋਇਆ ਤਾਂ ਮੈਂ ਨਹੀਂ ਆਉਣਾ। ਬਾਜਾਂ ਵਾਲੇ ਦੇ ਵਚਨ ਵੀ ਹਮਾਰੇ ਕਹਿੰਦੇ ਜਬ ਇਹ ਗਏ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਕਹਿੰਦੇ ਜੇ ਹੱਥ ਵਿਖਾਉਣ ਲੱਗ ਪਿਆ ਨਾ ਅੰਮ੍ਰਿਤ ਛਕ ਕੇ ਵਿਪਰ ਕਹਿੰਦੇ ਪੰਡਤ ਨੂੰ ਵੀ ਬਹੁਤੇ ਆਪਣੇ ਲੋਕੀ ਮੈਂ ਵੇਖਿਆ ਨਾ ਵੀ ਜਦੋਂ ਆਨੰਦ ਕਾਰਜ ਹੁੰਦੇ ਤਿੰਨਾਂ ਗੁਰਦੁਆਰਿਆਂ 'ਚ, ਤੇ ਜਦੋਂ ਨਹੀਂ ਹੁੰਦੇ ਮਹੀਨਾ ਨਹੀਂ ਹੁੰਦੇ ਸਿਆਲ 'ਚ। ਉਹਦਾ ਕਾਰਨ ਕੀ? ਇਹ ਸਾਰੇ ਉਹ ਪੱਤਰੀ ਖਿਲਾਉਂਦੇ ਆ। ਉਹ ਕੀ ਉਹਨੂੰ ਕਹਿੰਦੇ ਟੇਵਾ ਟੂਵਾ ਲਵਾ ਕੇ ਉਹ ਦਿਨ ਮਹੂਰਤ ਹੈਗੇ ਸਿੱਖ ਆ, ਉਹ ਫਿਰ ਪੰਡਤ ਏਡੇ ਚਲਾਕ, ਉਹਨਾਂ ਆਪਦੇ ਹਿਸਾਬ ਨਾਲ ਉਹ ਹਿਸਾਬ ਕੱਢ ਕੇ ਦੇਣਾ ਤਾਂ ਜਦੋਂ ਵਿਆਹ ਹੁੰਦਾ 5 ਪੈਲਸ ਬੁੱਕ ਹੋਣਗੇ, ਜਦੋਂ ਨਹੀਂ ਕੋਈ ਵੀ ਨਹੀਂ। ਕਾਰਨ ਕੀ ਆ? ਸੀਸ ਨਵਾਇਆ ਕਿਆ ਥੀਏ ਜਾਂ ਹਿਰਦੇ ਕੁਸੁਤੇ ਜਾਏ। ਮੱਥਾ ਗੁਰੂ ਗ੍ਰੰਥ ਸਾਹਿਬ ਨੂੰ ਟੇਕਦੇ ਤੇ ਮੰਨਦੇ ਕਿਸੇ ਦੀ ਆ ਹੈ। ਤੇ ਮਾਰੇ ਕਹਿੰਦੇ ਭੱਜ ਲਾ ਦੋ ਵੇੜੀਆਂ 'ਚ ਪੈਰ ਰੱਖਦਾ ਨਾ। ਤੋ ਇਸ ਕਰਕੇ ਮਹਾਰਾਜ ਨੇ ਇਹ ਬਚਨ ਲਿਖਿਆ ਕਿ ਸਤਿਗੁਰ ਸਿੱਖ ਕਾ ਪਰਦਾ ਢਾਕੈ। ਮਹਾਰਾਜ ਕਹਿੰਦੇ 24 ਘੰਟੇ ਨਾਲ ਤੇਰੇ, ਪਰ ਅਗਲੀ ਪੰਕਤੀ ਬੜੀ ਸਖਤ ਕਹਿਤੀ ਵੀ ਬੇਕਾਰ ਤੇ ਹਟ। ਉਹ ਆਪਣੇ ਤੋਂ ਹਟਿਆ ਨਹੀਂ ਜਾਣਾ, ਭਾਵੇਂ ਬੰਦ ਕਰ ਦਿਓ ਆਪਣਾ, ਆਪਣੇ ਤੋਂ ਨਹੀਂ ਛੱਡੇ ਜਾਣੇ ਬੇਕਾਰ। ਇਸ ਕਰਕੇ ਨਹੀਂ ਮਹਾਰਾਜ ਆਉਂਦੇ। ਮਹਾਰਾਜ ਕਹਿੰਦੇ ਜਬ ਇਹ ਗਏ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਬ ਲਗ ਖਾਲਸਾ ਰਹਿ ਨਿਆਰਾ। ਨਿਆਰਾ ਕਹਿੰਦੇ ਵੱਖਰੇ ਨੂੰ ਕਹਿੰਦੇ ਜਿੰਨਾ ਚਿਰ ਚੜ੍ਹਦੀ ਕਲਾ 'ਚ ਰਵੇਂਗਾ ਤਬ ਮੋਹੇ ਤੇਜ ਦਿਓ ਮੈਂ ਸਾਰਾ। ਜਾ ਕਹਿੰਦੇ ਪੁੱਤਰਾ ਨਿਆਰਾ ਬਣ ਕੇ ਰਹੀ, ਮੈਂ ਸਾਰਾ ਜ਼ੋਰ ਲਾ ਦੂੰ ਤੇਰੇ ਮਗਰ, ਤੇਰਾ ਕੋਈ ਵਾਲ ਨਹੀਂ ਵਿੰਗਾ ਕਰ ਸਕਦਾ। ਤੇ ਲਾਇਆ ਵੀ ਆ ਉਹਨਾਂ ਖਾਲਸਿਆਂ ਨਿਆਰਾਪਣ ਦਿਖਾਇਆ। ਤੇ 10 ਲੱਖ ਬੰਦੇ ਦਾ ਮੁਕਾਬਲਾ 40 ਤੋਂ ਕਰਾਉਂਦੇ ਆ ਬਾਪੂ। 1.25 ਲੱਖ ਬੰਦੇ ਨਾਲ ਇੱਕ ਯੋਧਾ ਲੜਨ ਦਿਆ ਚਮਕੌਰ ਦੀ ਗੜੀ 'ਚ। ਇਹ ਬਚਨ ਕਹੇ ਨਹੀਂ ਪੋਥੀਆਂ 'ਚ ਇਕੱਲੇ ਵੀ ਜੇ ਮੈਂ ਕਿਹਾ ਵਾ ਨਾ ਵੀ ਤੂੰ ਨਿਆਰਾ ਹੋ ਜੀ ਤੇ ਮੈਂ ਜ਼ੋਰ ਲਾ ਦੂੰ, ਲਾਇਆ ਵੀ। ਤੁਹਾਡੇ 'ਚ ਕਿੰਨੀਆਂ ਰੂਹਾਂ ਬੈਠੀਆਂ ਜਿਨ੍ਹਾਂ ਭਰੋਸਾ ਪੱਕਾ ਕੀਤਾ, ਸਿੱਖੀ ਕੇਸਾਂ ਨੂੰ ਪਿਆਰ ਕੀਤਾ ਤੇ ਮਹਾਰਾਜ ਨੇ ਲਾਏ ਕਿ ਨਹੀਂ ਜ਼ੋਰ। ਅੱਜ ਵੀ ਗੁਰੂ ਹਾਜ਼ਰ ਹੈ, ਕਮੀ ਸਾਡੇ 'ਚ ਹੈ। ਕਹਿੰਦੇ ਉਹ ਤੇਥੋਂ ਦੂਰ ਨਹੀਂ, ਤੇਰਾ ਵੀ ਕਸੂਰ ਨਹੀਂ, ਉਹ ਤੇਥੋਂ ਦੂਰ ਨਹੀਂ,
ਜਿਨ੍ਹਾਂ ਅੱਖਾਂ ਨਾਲ ਵੇਖਣਾ ਸੀ, ਅੱਖਾਂ ਨਾਲ ਵੇਖਣਾ, ਉਹਨਾਂ ਵਿੱਚ ਨੂਰ ਨਹੀਂ, ਉਹ ਤੇ ਤੇਥੋਂ ਦੂਰ ਨਹੀਂ, ਤੇਰਾ ਵੀ ਉਹ ਤੇ ਤੇਥੋਂ ਦੂਰ ਨਹੀਂ, ਤੇਰਾ ਵੀ ਕਸੂਰ। ਜਿਨ੍ਹਾਂ ਅੱਖਾਂ ਨਾਲ ਵੇਖਣਾ ਸੀ, ਉਹਨਾਂ ਵਿੱਚ ਨੂਰ ਨਹੀਂ, ਤੇਰਾ ਵੀ ਉਹ ਤੇ ਤੇਥੋਂ ਦੂਰ। ਜਾਪ ਸਾਹਿਬ ਪੜ੍ਹਦੇ ਨੇ ਸੇ ਤੇ ਮਾਰੇ ਕਹਿੰਦੇ ਹਾਜ਼ਰ ਹਜੂਰ ਹੈ, याहर जहूर है, हमेशल सलाम है, समस्तल कलाम है, के साहिब दिमाग है, के हुस्नल चिराग। बाजा वाले पातशाह कहते मेरा प्यारा हुस्नल, हुस्नल कहते जिहदा हुसन इन्ना होवे भी उहदे वर्गा सोहना कोई ना हो। जो कोई संगत च सोहना आवे ना, बीबी होवे बंदा, माफ करियो, हर बंदे का ध्यान उहदे वल जांदा। ते बाजा वाले कहते पुत जो नितनेम करदा ना, जो बाणी आउंदी हुस्नल चिराग है, कहते इन्ना क हुसन है उस वाहिगुरू दे उत्ते। चिराग कहते दीवे नूं, कहते जिद्दां दीवा जगदा इदां लट लट करदा उहदा स्वरूप जिहड़ा ना। मैं पढ़ रहा सी यहूदियां दे हजरत ईसा मूसा बारे। हजरत मूसा कोहे तूर ते आख्या, ते किसी ने आख्या भी तू रोज़ गल्लां करदा है, कदे अपना प्यारा वेखिया? उन्हें उदन फिर मंग रखती, कहन लगे भी अल्लाह ताला भी तुसीं इल्हाम दे उत्ते मेरे नाल गलबात तां करदे हो, पर अज मैनूं किसी ने ये चीज़ दृढ़ कराई भी तूं गल्लां कर होना पर कदे वेखिया नहीं। ते अज उहनूं कह सामने आवे, ते उहने कहा भी मूसा मैं आ जाना है पर चलिया नहीं जाना ते तो। ते उन्हां दा इतिहास पोथी 'च लिखिया, कहंदे भी जदों खुदा दा दीदार होण लगा ते जिहड़ी पहाड़ी ते बैठा सी वो पहाड़ी जिहड़ी भस्म हो गई, सुरमा बन गई सुरमा। जाप साहिब दी बाणी च मारे गई ना, नमो सूरज सूरजे। एक सूरज आ ਉਹਦੇ ਵੱਲ ਨੂੰ ਤੁਸੀਂ 5 ਮਿੰਟ इदां ਵੇਖੋਗੇ ਤੁਹਾਡੀਆਂ ਅੱਖਾਂ ਅੱਗੇ ਹਨੇਰ ਹੋ ਜਾਣਾ, ਤੁਹਾਨੂੰ ਦਿਸਣਾ ਨਹੀਂ 15-20 ਮਿੰਟ ਬਾਅਦ 'ਚ ਕਿਸੇ ਦਾ ਚਿਹਰਾ। ਤੇ ਗੁਰੂ ਸਾਹਿਬ ਜਾਪ ਸਾਹਿਬ 'ਚ ਕਹਿੰਦੇ ਵੀ ਜਿਹੜਾ ਪਰਮੇਸ਼ਰ ਆ ਨਾ, ਉਹਦੀ ਜਦੋਂ ਝਲਕ ਪੈਂਦੀ, ਕਈ ਕਹਿਣਗੇ ਬਾਬਾ ਜੀ ਕਿਤੇ ਝਲਕ ਪਈ ਕਿ ਕਥਾ ਹੀ ਕਰ ਛੱਡੀ ਹੈ। ਉਹਦੀ ਝਲਕ ਝੱਲਣ ਵਾਸਤੇ ਹਿਰਦਾ ਬੜਾ ਵੱਡਾ ਚਾਹੀਦਾ। ਇੱਥੇ ਤਾਂ ਕੋਈ ਕਮਾਈ ਵਾਲੀ ਰੂਹ ਬੈਠੀ, ਉਹਦੀ ਅੱਖਾਂ 'ਚ ਅੱਖਾਂ ਨਹੀਂ ਪਾ ਸਕਦੇ। ਉਹ ਮਹਾਰਾਜ ਕਹਿੰਦੇ ਨਮੋ ਸੂਰਜ ਸੂਰਜੇ। ਕਈ ਕਰੋੜਾਂ ਸੂਰਜ ਇਕੱਠੇ ਹੋ ਜਾਣ ਤੇ ਤਾਂ ਵੀ ਉਹਦਾ ਪਰਮੇਸ਼ਰ ਦਾ ਤੇਜ ਨਹੀਂ ਝੱਲ ਸਕਦੇ। ਕਹਿ ਤਿਨ ਗਿਆਨ ਕੇ ਪੌਤ ਚੜਾਵੋ, ਮੋਹਕ ਲੋਲ ਤੇ ਪਾਰ ਲੰਘਾਈ। ਰਾਏ ਬਲਾਰ ਉਸ ਪਿਆਰੇ ਨਾਲ ਗੱਲਾਂ ਕਰਦਾ ਜਿਹਦੀ ਮੈਂ ਸਿਫਤ ਕੀਤੀ ਹੁਸਨ ਨਾਲ। ਚਿਰਾਗ ਹੈ ਜਿਹਦਾ ਚਿਹਰਾ ਨਹੀਂ ਕੋਈ ਵੇਖ ਸਕਦਾ ਬਹੁਤਾ ਚਿਰ। ਤੇ ਇੱਕ ਮਹਾਰਾਜ ਰਣਜੀਤ ਸਿੰਘ ਨੇ ਬਾਪੂ ਲੱਭਾ ਸੀ ਨਿਹੰਗ ਸਿੰਘ, ਕਹਿੰਦਾ ਮੈਂ ਸੋਨੇ 'ਚ ਤੋਲੂੰ, ਇੱਕ ਵਾਰੀ ਮੈਨੂੰ ਦੱਸ ਦੇ ਮੇਰਾ ਗੁਰੂ ਗੋਬਿੰਦ ਸਿੰਘ ਵੇਖਣ 'ਚ ਕਿੱਦਾਂ ਦਾ ਲੱਗਦਾ ਸੀ। ਆਪਣੇ ਚਿਹਰੇ ਤੇ ਸੁੱਕੇ ਪਏ ਨਾ, ਮੁਰਝਾਏ ਪਏ ਆ, ਬੁਕਾਰਾਂ ਨੇ ਖਾ ਲਿਆ ਆਪਾਂ ਨੂੰ। ਤੇ ਉਸ ਨਿਹੰਗ ਸਿੰਘ ਨੇ ਆਖਿਆ, ਕਹਿੰਦੇ ਰਾਜਾ ਮੇਰੇ ਕੋਲ ਜ਼ਿਆਦਾ ਟਾਈਮ ਨਹੀਂ ਤੇ ਨਾ ਮੈਨੂੰ ਛੇੜੀ, ਮੈਂ ਗੱਲ ਕਰਨੀ ਉਹ ਅੱਧਾ ਮਿੰਟ, ਪਰ ਇੱਕ ਖੇਡ ਖੇਡਣੀ। ਕਹਿੰਦੇ ਦੱਸੋ? ਕਹਿੰਦੇ ਜਾ ਲੋ ਲਿਆ ਤੇ ਲੋਹ ਬਣਾ ਤੇ ਅੱਗ ਡਾ। ਇੰਨੀ ਕੁ ਅੱਗ ਡਾਈ ਵੀ ਲੋਹ ਦੇ ਵਿੱਚੋਂ ਅੱਗ ਬਾਹਰ ਆ ਜੇ ਤੇ ਲੋਹਾ ਜਿਹੜਾ ਖਤਮ ਹੋ ਜੇ ਤੇ ਲਾਲ ਲਾਲ ਤੇਜ਼ ਦਿਸੇ। ਉਹਨੇ ਇੰਨੀ ਅੱਗ ਢਵਾਈ, ਫਿਰ ਕਹਿੰਦੇ ਜਾ ਕੇ 2-3-4 ਤੋਲੇ ਸੋਨੇ ਦੀ ਡਲੀ ਲਿਆ। ਮਹਾਰਾਜਾ ਰਣਜੀਤ ਸਿੰਘ ਨੇ ਡਲੀ ਉਸ ਮਹਾਂਪੁਰਖ ਨੂੰ ਫੜਾਈ ਤੇ ਉਹ ਜਿਹੜੀ ਲੋਹ ਲਾਲ ਸੁਰਖ ਲੋਹਾਰ ਜਿਹੜੇ ਕੰਮ ਕਰਦੇ ਨਾ, ਲੋਹਾ ਲਾਲ ਹੋ ਜਾਂਦਾ, ਫਿਰ ਐਂ ਮੋੜਦੇ ਉਹਨੂੰ। ਤੇ ਉਸ ਮਹਾਂਪੁਰਖ ਨੇ ਉਸ ਸੋਨੇ ਦੀ ਡਲੀ ਦਾ ਲੋਹ ਦੇ ਉੱਤੇ ਸੁੱਟੀ। ਜਦੋਂ ਡਿੱਗੀ ਤੇ ਉਹਦੇ ਵਿੱਚ ਜਦੋਂ ਜਾ ਕੇ ਉਬਲੀ, ਪਿਘਲ ਗਿਆ ਡਿੱਗਦਿਆਂ ਸਾਰ ਉਹਦੇ ਵਿੱਚੋਂ ਜਿਹੜਾ ਰੰਗ ਨਿਕਲਿਆ, ਕਹਿੰਦੇ ਆਹ ਰੰਗ ਸੀ ਗੁਰੂ ਬਾਜਾਂ ਵਾਲੇ ਦੇ ਚਿਹਰੇ ਦਾ। ਇੰਨਾ ਪਿਆਰਾ ਮੇਰਾ ਸਤਿਗੁਰੂ। ਪਰ ਕੀ ਕਰੀਏ, ਬਾਹਰਲੀ ਦੁਨੀਆ ਹੀ ਪਿਆਰੀ ਲੱਗੀ ਜਾਂਦੀ ਹੈ ਜੀ। ਕਿਸੇ ਨੂੰ ਪੁੱਤ ਪਿਆਰਾ ਲੱਗਦਾ, ਕਿਸੇ ਨੂੰ ਮਾਂ ਪਿਆਰੀ ਲੱਗਦੀ, ਕਿਸੇ ਨੂੰ ਪਿਓ, ਕਿਸੇ ਨੂੰ ਵਹੁਟੀ ਪਿਆਰੀ ਲੱਗਦੀ ਹੈ।
ਕਿਸੇ ਨੂੰ ਕੋਠੀ ਪਿਆਰੀ ਲੱਗਦੀ, ਕਿਸੇ ਨੂੰ ਬਾਹਰ ਦਾ ਵੀਜ਼ਾ ਪਿਆਰਾ। ਹਜੇ ਆਪਾਂ ਇੰਨਾ ਪਿਆਰਿਆਂ ਮਗਰ ਤੁਰੇ ਫਿਰਦੇ ਸਾਰੇ। ਜਦੋਂ ਉਸ ਪਿਆਰੇ ਮਗਰ ਪੈ ਗਏ ਫਿਰ ਆਊਗਾ। ਅਜੇ ਕੀ ਲੈਣਾ ਬਹੁਤ ਹਨਾ, ਅਜੇ ਆਪਾਂ ਆਪਦੇ ਪਿਆਰਿਆਂ ਨੂੰ ਲੱਭਦੇ ਫਿਰਦੇ ਸਾਰੇ। ਇਸ ਕਰਕੇ ਉਸ ਪਿਆਰੇ ਨੇ ਵਿਛੜ ਜਾਣਾ ਤੇ ਬੇਨਤੀ ਕਰਦਾ ਹੈ, ਨਾ ਤੁਰ ਹੋਕਰ ਤੀਰ ਮਿਲੋ ਤੁਮ, ਧੀਰ ਸਰੀਰ ਧਰੈ ਸੁਖ ਪਾਈ। ਬੇਨਤੀ ਕਰਕੇ ਕਹਿੰਦੇ ਮਹਾਰਾਜ ਤੁਸੀਂ ਕਿਰਪਾ ਕਰੋ, ਇਹਨਾਂ ਡੁੱਬਦਿਆਂ ਨੂੰ ਕਿਨਾਰਾ ਦੇ ਦਿਓ, ਥੋੜਾ ਜਿਹਾ ਧੀਰਜ ਧਰ ਲੈਣ, ਵਿਰਾਗ ਕਰ ਰਹੇ ਹਨ। ਰਾਏ ਜੀ ਕਾਰਜ ਜਾਨ ਕੋ ਜਾਨਹੁ, ਗਿਆਨ ਬਖਾਨ ਤੇ ਆਨਨ ਜੋਈ। ਮਹਾਰਾਜ ਕਹਿੰਦੇ ਰਾਏ ਬੁਲਾਰ ਜੀ, ਦੇਖੋ ਕਿੰਨਾ ਸਤਿਕਾਰ। ਰਾਏ ਬੁਲਾਰ ਜੀ, ਕਿੰਨੀ ਕਮਾਈ ਹੋਵੇ ਜਿਹਨੂੰ ਰੱਬ ਜੀ ਕਹਿ ਕੇ ਬੁਲਾਉਂਦਾ। ਤੋ ਇਸ ਕਰਕੇ ਕਹਿੰਦੇ ਤੁਸੀਂ ਵਿਚਾਰੋ, ਜੋ ਮੁੱਖ ਚੋਂ ਕਹਿੰਦੇ ਹੋ ਨਾ, ਜਿਹੜੀ ਚੀਜ਼ ਤੁਸੀਂ ਕਹਿ ਰਹੇ ਹੋ ਵੀ ਇਹਨਾਂ ਨੂੰ ਦਿਓ ਬਾਪੂ ਬੇਬੇ ਨੂੰ, ਇਹ ਥੋੜਾ ਜਿਹਾ ਧੀਰਜ ਧਰਨ, ਇਸ ਗੱਲ ਨੂੰ ਵਿਚਾਰ ਨਾ ਕਰੋ। ਆਏ ਸਮਾ ਹੋਏ ਜਾਵਹਿ ਪ੍ਰਾਪਤ, ਪਾਰ ਪਰੈ ਭਵ ਬੰਧਨ ਕੋਈ। ਹੁਣ ਇੱਥੇ ਆ ਕੇ ਹੁਕਮ ਦੀ ਗੱਲ ਆ, ਤੁਸੀਂ ਵੀ ਕਿਹੜੀ ਕਾਲੇ ਪਏ ਨਾ ਬਾਬਾ ਜੀ, ਕਰੋ ਕੋਈ ਬੇਨਤੀ। ਹੁਣ ਖੁਦ ਰੱਬ ਹੈ ਤੇ ਰੱਬ ਦਾ ਸਭ ਤੋਂ ਪਿਆਰਾ ਪ੍ਰੇਮੀ ਹੈ ਰਾਏ ਬੁਲਾਰ, ਤੇ ਰਾਏ ਬੁਲਾਰ ਕਹਿੰਦਾ ਵਿਚੋਲਾ ਬਣ ਕੇ ਵੀ ਇਹਨਾਂ ਨੂੰ ਕੋਈ ਸੀਸ ਦੇ ਦੇ ਬਾਬਾ, ਇਹਨਾਂ ਦੇ ਸਿਰ ਤੇ ਕੋਈ ਹੱਥ ਰੱਖ ਕੇ ਕੋਈ ਫੂਕ ਮਾਰ ਦੇ ਜਿਹੜਾ ਇਹ ਰੋਣ ਵੜ ਜਾਣ, ਇਹ ਤੇਰਾ ਖਹਿੜਾ ਛੱਡ ਦੇਣਾ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਬਾਪੂ ਅਸਾਂ ਦੇ ਵਸ ਕੋ ਨਹੀਂ, ਅਜੇ ਸਮਾਂ ਨਹੀਂ ਆਇਆ, ਅਜੇ ਸਮਾਂ ਨਹੀਂ ਆਇਆ, ਅਜੇ ਕੁਝ ਸਮਾਂ ਇਹਨਾਂ ਦਾ ਇੱਦਾਂ ਹੀ ਲੰਘਣਾ। ਸਮਾਂ ਪਾ ਕੇ ਕਰਤਾਰ ਭਲੀ ਕਰੇਗਾ, ਆਪੇ ਹੀ ਕਿਰਪਾ ਵਰਤ ਜਾਵੇਗੀ। ਨੌਕਾ ਸੋ ਮੇਲ ਬਨਿਓ ਜਗ ਮਾਹੀ, ਸੰਜੋਗ ਵਿਜੋਗ ਸਮੇਂ ਸਿਰ ਹੋਈ। ਸਾਹਿਬ ਜੀ ਕਹਿੰਦੇ ਬੇੜੀ ਦਾ ਪੂਰ ਵੇਖਿਆ, ਬੇੜੀ ਦਾ, ਤੁਹਾਡੇ 'ਚ ਜਿਹੜੇ ਬੇੜੀ 'ਚ ਚੜ੍ਹੇ ਹੋਣਗੇ, ਮੈਂ ਵੀ ਚੜ੍ਹਿਆ ਕਾਗਜ਼ ਦਾ। ਪੂਰ ਉਹਨੂੰ ਕਹਿੰਦੇ ਆ ਵੀ ਕੋਈ ਕਿਤਿਓਂ ਆਇਆ, ਕੋਈ ਕਿਤਿਓਂ ਆਇਆ, ਕੋਈ ਕਿਤਿਓਂ, ਤੇ ਉਹ ਮਲਾਹ ਸਾਰੇ ਇਕੱਠੇ ਬਾਲੇਗਾ। ਇੱਕ ਪੂਰ ਤਿਆਰ ਹੁੰਦਾ ਤੇ ਜਦੋਂ ਬੇੜੀ 2 ਇੰਚ ਰਹਿ ਜਾਂਦੀ ਪਾਣੀ 'ਚੋਂ ਬਾਹਰ, ਕਹਿੰਦਾ ਵੀ ਹੁਣ ਨਾ ਚੜਿਓ ਨਹੀਂ ਤੇ ਡੁੱਬ ਜਾਓਗੇ ਸਾਰੇ। ਇਹ ਗੁਰੂ ਅਮਰਦਾਸ ਜੀ ਦੀ ਵੀ ਕਥਾ ਮਹਾਰਾਜ ਕਹਿੰਦੇ ਸਿੱਖੋ ਬੇੜੀ ਡੁੱਬ ਗਈ ਕਿ ਬਚੀ ਜੇ। ਕਹਿੰਦੇ ਮਹਾਰਾਜ ਕਥਾ ਨਹੀਂ ਸਮਝ ਆਈ। ਪਾਤਸ਼ਾਹ ਕਹਿੰਦੇ 24 ਘੰਟਿਆਂ 'ਚੋਂ 2 ਘੰਟੇ ਸੰਗਤ ਵਿੱਚ ਬਹਿੰਦੇ ਜੇ ਕਿ ਨਹੀਂ? ਕਹਿੰਦੇ ਮਹਾਰਾਜ ਅਸੀਂ ਤੇ 5 ਮਿੰਟ ਨਹੀਂ ਬਹੀਦਾ। ਪਾਤਸ਼ਾਹ ਕਹਿੰਦੇ ਫਿਰ ਮਲਾਹ ਵੀ ਸਿਆਣਾ ਤੁਹਾਡੇ ਤੋਂ, ਉਹ ਬੇੜੀ 'ਚ ਉਨਾ ਚਿਰ ਵਜਨ ਪਾਉਂਦਾ ਜਦੋਂ 1 ਇੰਚ ਰਹਿ ਜੇ ਉਹ ਫਿਰ ਨਹੀਂ ਲੱਦਦਾ, ਉਹ ਕਹਿੰਦਾ ਡੁੱਬੂ। ਤੁਸੀਂ ਕਹਿੰਦੇ ਬੇੜੀ ਡੋਬ ਲਈ, 24 ਘੰਟੇ ਘਰਾਂ 'ਚ ਹੀ ਬੈਠੇ ਰਹਿੰਦੇ ਹੋ। ਕਹਿੰਦੇ ਮਹਾਰਾਜ ਸੱਚ ਦੱਸਿਆ ਸੀ। ਮਹਾਰਾਜ ਕਹਿੰਦੇ ਪੁੱਤ ਫਿਰ 2 ਇੰਚ ਬੇੜੀ ਬਾਹਰ ਕੱਢੋ, 60 ਮਿੰਟ ਸਵੇਰੇ ਆਇਆ ਕਰੋ ਸੰਗਤ ਵਿੱਚ ਤੇ 60 ਮਿੰਟ ਸ਼ਾਮਾਂ ਨੂੰ ਆਇਆ ਕਰੋ। ਜੇ ਸਾਰੀ ਲੱਦ ਲਈ ਤੇ ਡੁੱਬ ਜੂਗੀ ਜੀ। ਉਹ ਤੁਸੀਂ ਤੁਹਾਡੇ ਭਾਗ ਚੰਗੇ ਸਾਰਿਆਂ ਦੇ, ਉਹ ਤੁਸੀਂ 2 ਇੰਚ ਬਾਹਰ ਰੱਖੀ ਹੈ ਤੇ ਲੱਗ ਜਾਗੇ ਬੰਨੇ। ਨਹੀਂ ਤੇ ਕਈ ਇਹਨਾਂ ਨੂੰ ਕਹਿ ਕੇ ਵੇਖੋ ਗੁਰਦੁਆਰੇ, ਉਹ ਕਹਿੰਦੇ ਮਨ ਸਾਫ ਚਾਹੀਦਾ, ਗੁਰਦੁਆਰਾ ਘਰੇ ਹੀ ਆਖੋ ਸਤਿਨਾਮ। ਇੰਨਾ ਪਿਆਰ ਘਰ ਦੇ ਨਾਲ। ਸੋ ਮਹਾਰਾਜ ਕਹਿੰਦੇ ਰਾਏ ਜੀ ਬੇੜੀ ਦਾ ਪੂਰ ਵੇਖਿਆ? ਕਹਿੰਦੇ ਬਾਬਾ ਵੇਖਿਆ। ਕਹਿੰਦੇ ਉਹਦੇ 'ਚ ਕੀ ਹੁੰਦਾ? ਕਹਿੰਦੇ ਮੇਲੇ ਹੁੰਦੇ, ਮੇਲੇ, ਰੂਹਾਂ ਕੋਈ ਕਿਤੇ ਆਈਆਂ ਕੋਈ ਕਿਤੇ ਆਈਆਂ ਹੁੰਦੀਆਂ ਏ। ਤੇ ਮਹਾਰਾਜ ਕਹਿੰਦੇ ਸੰਜੋਗ ਵਿਜੋਗ ਦੋਏ, ਹਾਂ ਆ ਸੰਜੋਗ ਵਿਜੋਗ ਹੀ ਆਪਣੇ। ਕੋਈ ਜੰਮਿਆ ਕਿੱਥੇ ਹੁੰਦਾ, ਰਿਸ਼ਤਾ ਕਿਹਦੇ ਨਾਲ ਹੋ ਜਾਂਦਾ, ਕੌਣ ਲੈ ਜਾਂਦਾ ਵਿਆਹ ਕੇ, ਤੇ ਫਿਰ ਕਿਧਰ ਦੀ ਕਿਧਰ, ਕਿੱਥੇ ਕੌਣ ਕਿਵੇਂ, ਇਹ ਸਭ ਸੰਜੋਗ ਵਿਜੋਗ ਦੀ ਕਾਰ ਆ। ਸੰਜੋਗ ਵਿਜੋਗ ਦੇ ਲੇਖੇ ਆਵੇ, ਜੋ ਜੋ ਸਭ ਦੇ ਮੱਥੇ ਤੇ ਲਿਖਿਆ ਉਹਨੂੰ ਮਹਾਰਾਜ ਦਿੰਦੇ ਹਨ। ਗਿਆਨੀ ਸਮਾਨ ਰਹਿ ਜੁਗ ਤੇ ਜਗ, ਸ਼ੋਖ ਨ ਹਵੈ ਹਰ ਖੰਤ ਨ ਕੋਈ। ਮਾਰੇ ਕਹਿੰਦੇ ਬਾਪੂ ਰਾਏ ਬੁਲਾਰ ਤੂੰ ਗਿਆਨੀ ਆ। ਜਿਹੜਾ ਗਿਆਨੀ ਬਣ ਜੇ ਨਾ, ਗਿਆਨੀ ਉਹਨੂੰ ਕਹਿੰਦੇ ਜਿਹਨੂੰ ਗਿਆਨ ਹੋ ਗਿਆ ਹੋਵੇ। ਆਪਾਂ ਕਹਿ ਦਿੰਦੇ ਨਾ ਗਿਆਨੀ ਫਲਾਣਾ, ਗਿਆਨੀ ਸਿੰਘ। ਗਿਆਨੀ ਉਹੀ ਜਿਹੜਾ ਗਿਆਨ ਹੈ। ਬ੍ਰਹਮ ਗਿਆਨੀ ਉਹਨੂੰ ਕਹਿੰਦੇ ਜਿਹੜਾ ਬ੍ਰਹਮ ਦਾ ਸਰੂਪ ਹੋ ਗਿਆ। ਤੇ ਮੇਰੇ ਗੁਰੂ ਅਰਜਨ ਸਾਹਿਬ ਜੀ ਨੇ ਬ੍ਰਹਮ ਗਿਆਨੀ ਦੀ ਅਸ਼ਟਪਦੀ ਉਚਾਰੀ। ਪਰ ਹੁਣ ਹੈਰਾਨੀ ਹੁੰਦੀ ਹੈ ਵੀ ਜਦੋਂ ਗੱਡੀ ਤੇ ਲਿਖਿਆ ਹੁੰਦਾ ਨਾ 108 ਬ੍ਰਹਮ ਗਿਆਨੀ, ਹੈ ਨਾ, ਲਿਖਿਆ ਹੁੰਦਾ 1008 ਬ੍ਰਹਮ ਗਿਆਨੀ, 10,000। ਇਹਨਾਂ ਨੂੰ ਬੰਦਾ ਪੁੱਛੇ
ਕਿ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੀ ਡਿਗਰੀ ਦੇ ਸਕਦੇ। ਮਹਾਰਾਜ ਸੁਖਮਨੀ ਸਾਹਿਬ ਜੀ ਲਿਖ ਸਕਦੇ ਵੀ 108 ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ। ਇਹ ਡਿਗਰੀਆਂ ਪਤਾ ਨਹੀਂ ਕਿੱਥੋਂ ਲੈ ਆਉਂਦੇ, ਭਾਪੇ ਵਾਲੀਆਂ ਕੋਲੋਂ ਹੀ। ਅਸਲ 'ਚ ਬ੍ਰਹਮ ਗਿਆਨੀ ਕਹਿੰਦੇ ਉਹਨੂੰ ਜਿਹਨੂੰ ਬ੍ਰਹਮ ਦਾ ਗਿਆਨ ਹੋ ਜਾ। ਤੇ ਇਹਦਾ ਪੂਰਨ ਬ੍ਰਹਮ ਗਿਆਨੀ 108 골ਡ ਮੈਡਲਿਸਟ ਬ੍ਰਹਮ ਗਿਆਨੀ ਵੀ ਆ ਜਾਣੇ ਹੋਣਾ ਕੁਛ। ਆ ਕਈ ਬੋਰਡ ਲੱਗੇ ਹੁੰਦੇ ਨਾ ਪ੍ਰੋਗਰਾਮਾਂ ਦੇ ਉੱਤੇ ਲਿਖਿਆ ਸਪੈਸ਼ਲਿਸਟ 골ਡ ਮੈਡਲਿਸਟ ਸਨਮਾਨਿਤ ਇੰਟਰਨੈਸ਼ਨਲ ਸੰਤ ਬਾਬਾ ਫਲਾਣਾ। ਪਤਾ ਨਹੀਂ ਕਿੱਥੋਂ ਡਿਗਰੀਆਂ ਲੈ ਆਏ। ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਬ੍ਰਹਮ ਗਿਆਨੀ ਹੈਗਾ ਹੀ ਉਹ ਜਿਹਨੂੰ ਬ੍ਰਹਮ ਦਾ ਗਿਆਨ ਹੋ ਗਿਆ। ਤੁਸੀਂ ਇੰਨਾ ਲੰਮਾ ਨਾ ਕਰਕੇ ਲਿਖਾਈ ਫਿਰਦੇ ਜੀ, ਕਿਤੇ ਐਵੇਂ ਫਸ ਜੇਗਾ। ਥੋੜਾ ਹੀ ਠੀਕ ਹੈ। ਤੋ ਇਸ ਕਰਕੇ ਮਹਾਰਾਜ ਜੀ ਦੀ ਸਮਝ ਨਹੀਂ ਸਕੇ ਅਸੀਂ ਸਿੱਖਿਆ। ਅਸੀਂ ਇਹਦੇ ਇੱਕ ਦੂਜੇ ਨਾਲ ਰੇਸ ਲਾਈ ਹੈ ਵੀ ਜਿਹਨੇ 108 ਲਿਖਾਇਆ ਉਹ ਕਹਿੰਦਾ ਆਪਣੇ 1 ਜ਼ੀਰੋ ਹੋਰ ਵਧਾ ਦਿਓ। 1008 ਦੂਜਾ ਕਹਿੰਦਾ ਆਪਾਂ ਇੱਕ ਹੋਰ ਜ਼ੀਰੋ ਨਾਲ ਲਾ ਦੇਣੀ 10008। ਇੱਕ ਨੇ ਆਖਿਆ ਇੱਕ ਹੋਰ ਲਾ ਦਿਓ ਉਹ 1 ਲੱਖ। ਇਸ ਕਰਕੇ ਡਿਗਰੀਆਂ ਪਿੱਛੇ ਪੈ ਗਏ। ਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦੇ ਦਾਤੇ ਕਹਿੰਦੇ ਬਾਪੂ ਤੂੰ ਤਾਂ ਗਿਆਨੀ ਆ, ਤੈਨੂੰ ਤੇ ਸਭ ਕੁਝ ਸੋਝੀ ਹੈ, ਤੂੰ ਨਾ ਏਦਾਂ ਕਰ, ਰੱਬ ਦੇ ਹੁਕਮ ਵਿੱਚ ਦਖਲਅੰਦਾਜ਼ੀ ਨਹੀਂ ਦੇਣੀ। ਰਾਏ ਬਨੇ ਮੁਖ ਜੋ ਅਰਵਿੰਦ ਨਿਦੇਸ਼ ਬਨੀ ਮਕਰੰਦ ਤੁਮਾਰੀ। ਜੇ ਮਹਾਰਾਜ ਸੱਚੇ ਪਾਤਸ਼ਾਹ ਦੀ ਆਗਿਆ ਤੇ ਮੇਰੇ ਅੰਦਰ ਮਕਰੰਦ ਨੂੰ ਰਸ ਲੈਣਾ ਚੂਸ ਕੇ, ਜਿਸ ਤਰ੍ਹਾਂ ਆਪਾਂ ਟੌਫੀ ਮੁੱਖ 'ਚ ਪਾਈ ਹੋਵੇ ਤੈਨੂੰ ਹੌਲੀ ਹੌਲੀ ਚੂਸੀ ਦਾ। ਰਾਏ ਬੁਲਾਰ ਕਹਿੰਦੇ ਬਾਬਾ ਨਾਨਕਾ ਤੇਰੀ ਕਿਰਪਾ ਮੇਰੇ ਉੱਤੇ ਆ, ਤੇਰੀਆਂ ਸੀਸਾਂ ਮੇਰੇ ਨਾਲ ਆ, ਤੇ ਮੈਂ ਉਹਨਾਂ ਸੀਸਾਂ ਸਦਕਾ ਰੋਜ਼ ਰਸ ਲੈਂਦਾ ਹਾਂ। ਮੈਂ ਮਨ ਰੀਤ ਮਲਿੰਦ ਕੀ ਚਾਹਤ ਜੇ ਕਰੁਣਾ ਪ੍ਰਕਾਸ਼ ਤੁਮਾਰੀ। ਇਹ ਮੇਰੇ ਮਨ ਦੀ ਰੀਤੀ ਮਲਿੰਦ ਵਰਗੀ ਹੈ ਜਿਹੜੀ ਤੁਹਾਡੀ ਕਿਰਪਾ ਦਾ ਪ੍ਰਕਾਸ਼ ਚਾਹੁੰਦੀ ਹੈ। ਚਾਤ੍ਰਿਕ ਚਿੱਤ ਸ਼ਵਾਂਤ ਸੀ ਚਾਹਤ ਹੈ ਰਸਨਾ ਕਨਸੀ ਬਚਵਾਰੀ। ਜਿਸ ਤਰ੍ਹਾਂ ਬਬੀਹੇ ਨੂੰ ਬਾਰਿਸ਼ ਦੀ ਲੋੜ ਹੈ, ਸ਼ਾਂਤੀ ਬੂੰਦੀ, ਗੁਰੂ ਨਾਨਕ ਸਾਹਿਬ ਤੁਹਾਡੀ ਜਿਹੜੀ ਜੀਵ ਹੈ ਇਹ ਬਦਲਦੀ ਨਹੀਂ। ਜਿਹਨੂੰ ਤੁਸੀਂ ਤਾਂ ਚਾਹੋ ਉਹਨੂੰ ਨਿਭਾ ਦਿੰਦੇ ਆ, ਭਾਵ ਉਹਦੇ ਜਨਮਾਂ ਦੀ ਮੈਲ ਦੂਰ ਹੋ ਜਾਂਦੀ ਹੈ। ਆਪ ਕਰੋ ਫਰਮਾਇਸ਼ ਕੋ ਇੱਕ ਸੇਵ ਕਰੋ ਸਫਲੀ ਸੋ ਹਮਾਰੀ। ਹੱਥ ਜੋੜ ਕੇ ਕਹਿੰਦੇ ਮਹਾਰਾਜ ਇੱਕ ਅੱਧੀ ਬੂੰਦ ਜਿਹੜੀ ਉਹ ਕਿਰਪਾ ਕਰਕੇ ਬਖਸ਼ਦੇ ਰਹੋ। ਮਹਾਰਾਜ ਕਹਿੰਦੇ ਸਾਰਾ ਬੱਦਲ ਤੇ ਤੇਰੇ ਉੱਤੇ ਵਰ ਗਿਆ, ਕਿਰਪਾ ਹੈ। ਹਜੇ ਵੀ ਬੂੰਦਾਂ ਮੰਗੀ ਜਾਣਾ ਕਿਉਂਕਿ ਭੁੱਖ ਨਹੀਂ ਨਾ ਮਿਟਦੀ ਪਿਆਰੇ। ਹਰ ਬੰਦੇ ਨੂੰ ਜਿਹਦਾ ਆਪਣੀ ਮਾਇਆ ਵੱਲੋਂ ਭੁੱਖ ਨਹੀਂ ਜਾਂਦੀ। ਕਿੰਨੇ ਅਮੀਰ ਹੋ ਗਏ, ਕਿੱਥੋਂ ਤੁਰੇ ਸੀ, ਗੱਡੇ ਤੋਂ ਤੁਰੇ ਸੀ, ਖੋਤੇ ਤੋਂ। ਤੇ ਵੇਖ ਅੱਜ ਮਹਾਰਾਜ ਨੇ ਫੋਰਚੂਨਰ ਗੱਡੀਆਂ ਜਹਾਜ਼ਾਂ ਤੱਕ ਝੂਟ ਲਏ ਤੇ ਰੱਜ ਗਏ ਕਿਤੇ। ਅਜੇ ਵੀ ਕਹਿੰਦੇ ਬਾਬਾ ਜੀ ਹੱਥ ਥੋੜਾ ਜਿਹਾ ਤੰਗ ਹੀ ਹੈ। ਮੈਂ ਕਿਹਾ ਤੇਰਾ ਤੰਗ ਹੀ ਰਹਿਣਾ। ਅੱਜ ਜਦੋਂ ਖੋਤੇ ਵਾਲੇ ਗੱਡੇ ਤੇ ਪਾਥੀਆਂ ਲੱਦੀਆਂ ਮਿੱਟੀ ਤੇ ਉਹ ਤਾਂ ਖੂਹ ਨੂੰ ਜਾਂਦਾ ਸੀ, ਉਦੋਂ ਵੀ ਤੂੰ ਹੱਥ ਤੰਗ। ਤੇ ਅੱਜ ਜਹਾਜ਼ ਖਰੀਦ ਲਏ ਅਜੇ ਵੀ ਤੰਗ ਹੈ ਤੂੰ। ਇਸ ਕਰਕੇ ਮਹਾਰਾਜ ਕਹਿੰਦੇ ਰਾਏ ਬੁਲਾਰ ਤੂੰ ਅਜੇ ਵੀ ਮੰਗੀ ਜਾਂਦਾ। ਕਹਿੰਦੇ ਮਹਾਰਾਜ ਥੋੜੀ ਥੋੜੀ ਬੂੰਦ ਰੋਜ਼ ਬਖਸ਼ਿਆ ਕਰੋ, ਮੇਰੀ ਸੇਵਾ ਨਾ ਟੁੱਟੇ, ਸੇਵਾ ਬਣੀ ਰਵੇ। ਮੋਤੀ ਨ ਸੇਵ ਭਈ ਤੁਮਰੀ ਕਛ ਜਾਂ ਤੇਰੇ ਦਾ ਥਿਰਤਾ ਨਹਿ ਪਾਵੇ। ਕਹਿੰਦੇ ਪਾਤਸ਼ਾਹ ਮੈਨੂੰ ਇਦਾਂ ਲੱਗਦਾ ਰਹਿੰਦਾ ਵੀ ਮੇਰੇ ਕੋਲੋਂ ਕਮੀ ਰਹਿ ਗਈ ਤੁਹਾਡੀ ਸੇਵਾ ਦੀ। ਤੁਹਾਡੀ ਸੇਵਾ ਮੈਂ ਪੂਰੀ ਕਰ ਨਹੀਂ ਸਕਿਆ ਰੀਝ ਦੇ ਨਾਲ। ਮਾਰੇ ਕਹਿੰਦੇ ਕਿਉਂ? ਕਹਿੰਦੇ ਜਿਹੜਾ ਵਿੱਚੋਂ ਸਮਾਂ ਤੁਸੀਂ ਯਾਤਰਾ ਚਲੇ ਗਏ ਮੇਰਾ ਜੀ ਕਰਦਾ ਤੁਹਾਨੂੰ ਕੋਲੇ ਰੱਖਾਂ। ਪਾਤਸ਼ਾਹ ਕਹਿੰਦੇ ਉਹਦਾ ਹੁਕਮ ਹੈ। ਤੁਸੀਂ ਵੀ ਸੰਗਤੇ ਨੋਟ ਕਰੋ, ਕਦੇ ਆਪਣੇ ਆਪ ਨੂੰ ਕੋਸਣਾ ਨਹੀਂ ਇਸ ਗੱਲ ਤੋਂ ਕਿ ਮੈਂ ਸੇਵਾ ਕਰਨੀ ਸੀ ਮੇਰੇ ਕੋਲੋਂ ਹੋਈ ਨਹੀਂ। ਮਹਾਰਾਜ ਕਹਿੰਦੇ ਉਹਦਾ ਹੁਕਮ ਹੈ, ਹੁਕਮ ਤੋਂ ਬਿਨਾਂ ਪਤਾ ਨਹੀਂ ਹਿਲਦਾ, ਤੁਸੀਂ ਕਿੱਦਾਂ ਹਿੱਲੋਗੇ। ਮਹਾਰਾਜ ਕਹਿੰਦੇ ਰਾਏ ਬੁਲਾਰ ਜਿੰਨੀ ਤੇਰੇ ਭਾਗਾਂ 'ਚ ਲਿਖੀ ਤੂੰ ਓਨੀ ਕਰਨੀ, ਇਦੋਂ ਵੱਧ ਨਹੀਂ ਹੋਣੀ। ਕਹਿੰਦੇ ਮਹਾਰਾਜ ਮੈਨੂੰ ਅੰਦਰੋਂ ਮਹਿਸੂਸ ਹੁੰਦਾ ਵੀ ਮੈਂ ਜੇ ਹੋਰ ਸੇਵਾ ਕਰਨੀ ਤੇ ਤੁਸੀਂ ਹੁਣ ਚੱਲੇ ਤੇ ਮੈਂ ਬਿਰਧ ਹੋ ਗਿਆ ਹਾਂ। ਇਹਾਂ ਰਹੋ ਤਬ ਹੇਰਤ ਹੋ ਪਗ ਸ਼੍ਰੋਣ ਸੁਨੋ ਬਚ ਹੈ ਹੁਲਸਾਵੇ। ਮਹਾਰਾਜ ਕਹਿੰਦੇ ਹੋਰ ਕੁਛ ਮੰਗ ਲਾ, ਸੇਵਾ ਕਰ ਲਈ ਬਥੇਰੀ ਤੇ। ਕਹਿੰਦਾ ਮਹਾਰਾਜ ਫਿਰ ਮੈਨੂੰ ਤੇ ਇਹੋ ਹੀ ਚਾਹੀਦਾ ਤੁਹਾਡੇ ਚਰਨ ਦਿਸਦੇ ਰਹਿਣ, ਤੁਹਾਡਾ ਚਿਹਰਾ ਦਿਸਦਾ ਰਵੇ, ਤੁਹਾਡੇ ਬੋਲ ਮੇਰੇ ਕੰਨਾਂ 'ਚ ਪੈਂਦੇ ਰਹਿਣ। ਏ ਜਗ ਨਾਇਕ ਹੈ ਗਤ ਦਾਇਕ
ਹਉ ਸਭ ਲਾਇਕ ਪ੍ਰੋਖ ਰਹਾਵੈ। ਕਹਿੰਦੇ ਹੇ ਜਗ ਦੇ ਮਾਲਕ, ਗਤੀ ਕਰਨ ਵਾਲੇ ਸਮਰੱਥ ਸਤਿਗੁਰੂ, ਤੁਹਾਨੂੰ ਪਤਾ ਸਭ ਕੁਝ ਹੈ, ਪਰ ਤੁਸੀਂ ਆਪਣਾ ਆਪ ਜਿਤਾਉਂਦੇ ਨਹੀਂ। ਛੁਪ ਕੇ ਰਹਿੰਦੇ ਸੱਚ ਜਿਹੜੇ ਰੱਬ ਦੇ ਪਿਆਰੇ ਭੇਤ ਨਹੀਂ ਦਿੰਦੇ। ਜਦੋਂ ਭੇਤ ਦੇਦਾ ਤੇ ਤੁਹਾਡਾ ਭਾਂਡਾ ਫੁੱਟ ਗਿਆ। ਕਹਿ ਦਿਓ ਕਿਸੇ ਨੂੰ ਮੈਂ 2 ਵਜੇ ਉੱਠਦਾ, 4-5 ਨੂੰ ਕਹਿ ਦਿਓ ਲੈ ਜਾ ਅਗਲੇ ਦਿਨ ਉੱਠ ਕੇ ਤੇ ਮੈਨੂੰ ਫੜ ਲਿਆ। ਅਸੀਂ ਰੌਲਾ ਪਾ ਕੇ ਗਵਾਲੀ ਨੇ ਇੱਕ ਜਪਜੀ ਸਾਹਿਬ ਪੜ੍ਹਿਆ ਨਹੀਂ, ਸਾਰੇ ਪਿੰਡ ਨੂੰ ਦੱਸਤਾ ਵੀ ਨਿਤਨੇਮ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਨੂੰ ਰਾਏ ਕਹਿੰਦਾ, ਮਹਾਰਾਜ ਤੁਹਾਡੇ ਕੋਲ ਬਹੁਤ ਬਖਸ਼ਿਸ਼ਾਂ, ਪਰ ਤੁਸੀਂ ਕਿਸੇ ਨੂੰ ਭੇਤ ਨਹੀਂ ਦਿੰਦੇ। ਪੂਰਨ ਰੂਪ ਪਰਾਤਮ ਪਾਵਨ, ਸ੍ਰੀ ਪਰਮੇਸ਼ਰ ਮੋਂ ਦਰਸਾਵੈ। ਸੱਚ ਹੁਣ ਤੁਹਾਡੀ ਜੇਬ 'ਚ 20 ਲੱਖ ਰੁਪਈਆ ਲੈ ਕੱਢ ਕੇ ਸਾਹਮਣੇ ਗੱਡੀ ਦੀ ਸ਼ੋਅ ਤੇ ਰੱਖ ਦਿਓ, 5 ਮਿੰਟਾਂ 'ਚ ਗਾਇਬ ਹੋ ਜਾਓ। ਇਸੇ ਤਰ੍ਹਾਂ ਬਾਣੀ ਦਾ ਕਥਾ ਕੀਰਤਨ ਦਾ ਖਜ਼ਾਨਾ ਵਾ, ਇਹਨੂੰ ਲੁਕਾਉਣਾ ਪੈਂਦਾ ਵਾ। ਜਿਹੜੇ ਵਿਕਾਰੀ ਲੋਕ ਨੇ, ਪਾਪੀ ਰੂਹਾਂ ਨੇ ਸਾਖਤ ਬਿਰਤੀ, ਉਹ ਤੇ ਲੱਭਦੇ ਫਿਰਦੇ ਤੈਨੂੰ ਲੁੱਟਣ ਨੂੰ, ਵੀ ਤੇਰੀ ਜਿਹੜੀ ਕੀਤੀ ਕੋਈ 2-4 ਸਾਲਾਂ ਦੀ, ਅਗਲੇ ਲਿਜਾਣ ਨੂੰ ਫਿਰਦੇ ਲੁੱਟ ਕੇ ਹੈ, ਤੇ ਤੂੰ ਬਚ ਜਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਲੁਕ ਜਾ। ਜੇ ਲੁਕਣ ਦੀ ਗੱਲ ਤਾਂ ਹੀ ਤਾਂ 26 ਸਾਲ 9 ਮਹੀਨੇ 13 ਦਿਨ ਬਾਬੇ ਬਕਾਲੇ ਲੁਕੇ ਰਹੇ। ਫਿਰ ਵੀ ਭਾਈ ਨੇ ਮੱਖਣ ਸ਼ਾਹ ਨੂੰ ਆਖਿਆ, ਓਏ ਰੌਲਾ ਨਾ ਪਾਈ। ਕਹਿੰਦਾ ਬਾਪੂ ਅੱਜ ਜੋ ਮਰਜ਼ੀ ਕਰ ਲਾ, ਅੱਜ ਪਾ ਕੇ ਹਟਣਾ, ਅੱਜ ਵੀ ਮੈਂ ਲੁਕਣਾ। ਇਸ ਕਰਕੇ ਸਾਧ ਸੰਗਤ ਜੀ, ਅਸੀਂ ਸਾਡੇ ਪੱਲੇ ਕੁਝ ਨਹੀਂ, ਰੌਲਾ ਜ਼ਿਆਦਾ ਪਾ ਲੈਂਦੇ, ਫਿਰ ਰਾਤ ਨੂੰ ਮੁੜ ਕੇ ਧੱਕੇ ਖਾਵਾਂਗੇ, ਨਾ ਚੈਨ ਆਉਣਾ, ਦਿਨੇ ਨਾ ਟੇਕ ਆਉਣੀ, ਕਿਉਂਕਿ ਜਿਹੜਾ ਕੀਤਾ ਉਹ ਖੋ ਕੇ ਲੈ ਜਾਣਾ ਕਿਸੇ ਨੇ। ਸ੍ਰੀ ਗੁਰੂ ਆਨੰਦ ਬੈਨ ਬਨੈ, ਜਿਵ ਸ਼ਾਹੀ ਸਰੀਰ ਤਿਉ ਸੰਗ ਹਮਾਰੇ। ਔਰ ਇਸ ਤਰ੍ਹਾਂ ਕਰਕੇ ਕਹਿੰਦੇ ਮਹਾਰਾਜ ਜੀ, ਮੇਰਾ ਤੇ ਦਿਲ ਚਾਹੁੰਦਾ ਵੀ ਸਰੀਰ ਕਰਕੇ ਤੁਸੀਂ ਕੋਲ ਰਹੋ। ਨੀਤ ਰਹੋ ਥਿਰ ਚੀਤ ਕਰੋ, ਔਰ ਪ੍ਰੀਤ ਭਰਾ ਸ਼ਰਦਾਸ ਤੁਮਾਰੇ। ਇਸ ਕਰਕੇ ਰੋਜ਼ ਬਾਬਾ ਤੇਰੇ ਦਰਸ਼ਨ ਕਰੀਏ, ਤੇਰੀ ਸੇਵਾ ਕਰੀਏ ਤੇ ਆਨੰਦ ਪ੍ਰਾਪਤ ਹੋਵੇ, ਸ਼ਰਧਾ ਬੱਝੀ ਰਵੇ। ਏਕ ਸਪੈ ਫਰਮਾਇਸ ਆਇਸ, ਯਾ ਸਮ ਕੋਇ ਨਯਨ ਉਧਾਰੇ। ਮਹਾਰਾਜ ਇੱਕੋ ਹੀ ਬੇਨਤੀ ਆ, ਪਤਾ ਨਹੀਂ ਕਿਉਂ ਜਦੋਂ ਤੁਸੀਂ ਜਾਣ ਦੀ ਗੱਲ ਕਰਦੇ ਹੋ ਤੇ ਉਦੋਂ ਜਿੰਦ ਨਿਕਲਦੀ ਹੈ, ਅੰਦਰ ਕੰਬਦਾ ਹੈ। ਹਾਥ ਨ ਮੈਂ ਏਠਾ ਰਹਿਨੋ, ਕਰਤਾਰ ਅਧੀਨ ਲਖੋ ਬਿਦ ਸਾਰੇ। ਮਹਾਰਾਜ ਕਹਿੰਦੇ ਰਾਏ ਬੁਲਾਰ, ਤੁਹਾਡੇ ਪਿਆਰ ਦੀ ਕਦਰ ਕਰਦੇ, ਮਾਂ ਦਾ ਪਿਆਰ ਵੀ ਕਦਰ ਕਰਦੇ ਬਾਪੂ ਦਾ, ਪਰ ਅਸੀਂ ਵੀ ਕਿਸੇ ਦੇ ਥੱਲੇ ਆ। ਜਿੱਦਾਂ ਸਾਰੀ ਸ੍ਰਿਸ਼ਟੀ ਪਿਆਰ ਕਰਦੀ, ਇੱਕ ਹੁੰਦਾ ਗੁਰੂ, ਇੱਕ ਹੁੰਦਾ ਸਤਿਗੁਰੂ, ਇੱਕ ਹੁੰਦਾ ਪਰਮੇਸ਼ਰ। 3 ਪੌੜੀਆਂ ਜੇ। ਕਈ ਵਾਰੀ ਆਪਾਂ ਨਾ ਗੁਰੂ ਨੂੰ ਪਰਮੇਸ਼ਰ ਕਹਿ ਦਿੰਦੇ, ਗੁਰੂ ਸਤਿਗੁਰੂ ਤੇ ਪਰਮੇਸ਼ਰ। ਪਰ ਉਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ ਦਇਆ ਦੇ ਦਾਤੇ, ਮਹਾਰਾਜ ਕਹਿੰਦੇ ਅਸੀਂ ਵੀ ਹੁਕਮ ਦੇ ਬੱਝੇ ਹਾਂ। ਕਹਿੰਦੇ ਰਾਏ ਬੁਲਾਰ, ਸਾਡੇ ਸਿਰ ਤੇ ਵੀ ਕਰਤਾਰ ਦਾ ਹੁਕਮ ਹੈ। ਹੁਣ ਕਰਤਾਰ ਦਾ ਹੁਕਮ ਕਹਿ ਰਿਹਾ ਵੀ ਇੱਥੇ ਨਹੀਂ ਰਹਿਣਾ, ਨਹੀਂ ਰਹਿਣਾ, ਨਹੀਂ ਰਹਿਣਾ, ਚਲੇ ਜਾਣਾ ਹੈ। ਰਾਏ ਬੁਲਾਰ ਆਨੰਦ ਮੈਂ ਹੋ ਕਰ, ਬੰਦਨ ਕੀਨ ਪਦੰ ਅਰਬਿੰਦੂ। ਕਹਿੰਦੇ ਦੋਵੇਂ ਹੱਥ ਜੋੜ ਕੇ, ਸਾਰੀ ਸੰਗਤ ਜੋੜੋ ਜੀ, ਹੱਥ ਜੋੜ ਕੇ ਆਨੰਦ ਵਿੱਚ ਹੋ ਕੇ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕਰਦਾ ਰਾਏ ਬੁਲਾਰ। ਛੂਟ ਗਏ ਪਵ ਬੰਧਨ ਜਾ ਸਕੇ, ਮਤ ਪਇਓ ਮਕਰੰਦ ਮਲਿੰਦੂ। ਕਹਿੰਦੇ ਮਹਾਰਾਜ ਜਦੋਂ ਦਾ ਤੇਰਾ ਤਰਸ ਹੋਇਆ, ਸੰਗਤ ਮਿਲੀ ਆ, ਸ਼ਬਦ ਮਿਲਿਆ, ਉਦੋਂ ਦੇ ਬੰਧਨ ਹੀ ਟੁੱਟ ਗਏ। ਜਿੱਦਾਂ ਭੌਰੇ ਨੂੰ ਰਸ ਮਿਲਦਾ ਸਤਿਗੁਰੂ, ਇਸੇ ਤੇਰੇ ਆਉਣੇ ਨੇ, ਤੇਰੇ ਚਰਨਾਂ ਕਰਕੇ ਮੇਰੀ ਨਗਰੀ ਵਸਦੀ ਹੈ। ਸਤਿਗੁਰੂ ਪਾਤਸ਼ਾਹ ਆਪ ਜੀ ਨੇ ਬੰਧਨ ਕੱਟ ਦਿੱਤੇ। ਲੈ ਰਸ ਤੂਸ਼ਨ ਹੋਏ ਰਹਿਓ, ਨਿਜ ਰੂਪ ਜੁਆਦ ਹਿਰਦੈ ਸੁਧ ਬਿੰਦੂ। ਕਹਿੰਦੇ ਪਾਤਸ਼ਾਹ ਜੇ ਤੁਸੀਂ ਮੇਰੇ ਵਿਹੜੇ 'ਚ ਚਰਨ ਨਾ ਪਾਉਂਦੇ ਤੇ ਮੈਂ ਵੀ ਧੰਦਿਆਂ 'ਚ ਹੀ ਮਰ ਜਾਣਾ ਸੀ, ਮੈਨੂੰ ਆਪਣੇ ਆਪ ਦੀ ਸੋਝੀ ਨਹੀਂ ਸੀ ਹੋਣੀ। ਇਹ ਫਰਕ ਪੈਂਦਾ ਸੰਗਤ ਜੀ, ਕੋਈ ਜਾਣੇ ਨਾ ਜਾਣੇ। ਜਦੋਂ ਬੰਦਾ ਸ਼ਬਦ ਨਾਲ ਜੁੜਦਾ, ਪਿਆਰ ਕਰਦਾ, ਉਹਨੂੰ ਰਸਤਾ ਦੀਦਾ, ਉਹਨੂੰ ਪਤਾ ਲੱਗਦਾ ਮੈਂ ਕੌਣ ਹਾਂ, ਕਿੱਥੋਂ ਆਇਆ ਤੇ ਕੀ ਲੈਣ ਆਇਆ ਏ। ਤੇ ਦੁਨੀਆ ਦੇ ਉੱਤੇ ਤਰਸ, ਦਇਆ, ਪ੍ਰੇਮ ਉਹਨਾਂ ਚਿਰ ਹੀ ਹੈ ਜਿੰਨਾ ਚਿਰ ਸ਼ਬਦ ਆ। ਆਪਾਂ ਕਹਿ ਦਿੰਦੇ ਕਈ ਵਾਰੀ
ਲੈ ਜੀ ਕਥਾ ਦੀ ਕੀ ਲੋੜ ਆ, ਕੀਰਤਨ ਦੀ, ਗੁਰਦੁਆਰੇ ਦੀ, ਜਿੰਨਾ ਚਿਰ ਇਹ ਸ਼ਬਦ ਆ ਤੇ ਦਇਆ ਕਰਦੇ ਨਾ ਤੁਸੀਂ। ਲੈ ਆਉਣ ਵਾਲੇ ਸਮੇਂ 'ਚ ਵੇਖਿਓ ਬਾਣੀ ਛੱਡੀ ਜਾਂਦੇ, ਕਥਾ ਕੀਰਤਨ, ਕੋਈ ਕਿਸੇ ਨੂੰ ਪਾਣੀ ਦੀ ਘੁੱਟ ਵੀ ਦੇ ਗਿਆ। ਇਹ ਗੁਰੂ ਦਾ ਤਰਸ ਆ, ਜਿਹੜਾ ਆਪਾਂ ਇੱਕ ਦੂਜੇ ਦੀ ਬਾਂਹ ਫੜਦੇ ਸਾਥ ਦਿੰਦੇ, ਇਹ ਕਿਤੇ ਨਾ ਕਿਤੇ ਗੁਰੂ ਦੀ ਸਿੱਖਿਆ। ਜੇ ਇੱਕ ਗੁਰ ਕੀ ਮੱਤ ਵਿੱਚ ਰਤਨ, ਇਹ ਗੁਰੂ ਦੀ ਇੱਕ ਸਿੱਖਿਆ ਬੰਦੇ ਨੂੰ ਬਾਦਸ਼ਾਹ ਬਣਾ ਦਿੰਦੀ ਆ ਜੇ ਬੰਦਾ ਮੰਨੇ ਤਾਂ। ਇਹ ਗੁਰੂ ਸਾਹਿਬ ਨੂੰ ਹੱਥ ਜੋੜ ਕੇ ਰਾਏ ਬੁਲਾਰ ਕਹਿੰਦਾ, ਪਾਤਸ਼ਾਹ ਜੀ ਕਿਤੇ ਮੇਰੇ ਵਿਹੜੇ 'ਚ ਨਾ ਆਉਂਦੇ, ਇਹ ਮੈਂ ਵੀ ਧੰਦਿਆਂ 'ਚ ਹੀ ਮੁੱਕ ਜਾਣਾ ਸੀ। ਮੇਰੇ ਤੋਂ ਨਾ ਸੇਵਾ ਹੋਣੀ ਸੀ, ਨਾ ਸਿਮਰਨ ਹੋਣਾ ਸੀ, ਤੇ ਨਾ ਕਿਸੇ ਗਰੀਬ ਗੁਰਬੇ ਦਾ ਭਲਾ ਹੋਣਾ ਸੀ। ਤੇ ਤੁਸੀਂ ਆਪਣੇ ਅੰਦਰ ਝਾਤੀ ਮਾਰੋ, ਮੈਂ ਆਪਣੇ। ਜੇ ਆਪਾਂ ਨੂੰ ਗੁਰੂ ਸਾਹਿਬ ਦੀ ਸਿੱਖਿਆ ਨਾ ਮਿਲਦੀ, ਆਪਾਂ ਕਦੀ ਕਿਸੇ ਨੂੰ ਪਾਣੀ ਦਾ ਗਲਾਸ ਨਹੀਂ ਦੇਣਾ। ਅੱਜ ਜੇ ਤੁਸੀਂ ਸੇਵਾ ਕਰਦੇ ਤੇ ਸੰਬੰਧ ਕੱਢਦੇ, ਕਿਉਂ? ਕਿਉਂਕਿ ਗੁਰੂ ਸਾਹਿਬ ਨੇ ਰਸਤਾ ਦਿਖਾਇਆ। ਰਾਏ ਬੁਲਾਰ ਕਹਿੰਦੇ, ਪਾਤਸ਼ਾਹ ਮੇਰੇ ਕੋਲ ਸ਼ਬਦ ਮੁੱਕ ਗਏ, ਮੇਰੀ ਜ਼ਿੰਦਗੀ ਨੂੰ ਤੁਸੀਂ ਰਸਤੇ ਪਾਇਆ ਹੈ। ਪ੍ਰਾਪਤ ਪੂਰਨਤਾ ਸੁਖ ਕੋ, ਕਮਲਾਨਨ ਹੇਰ ਗੁਰੂ ਜੋਗੋਬਿੰਦੁ। ਕਹਿੰਦੇ ਸੱਚੇ ਪਾਤਸ਼ਾਹ, ਹੇ ਗੋਬਿੰਦ ਰੂਪ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਆਪ ਜੀ ਦੇ ਦਰਸ਼ਨ ਕਰਕੇ ਤੇ ਭੁੱਖਾਂ ਲੈ ਜਾਂਦੀਆਂ। ਐਸੇ ਪਿਆਰ ਦੀ ਕਥਾ ਸਮਾਂ ਸੰਪੂਰਨ ਹੋ ਗਿਆ ਹੈ। ਇਹ ਪ੍ਰੇਮ ਦੀ ਕਥਾ ਹੈ। ਤੁਹਾਡੇ ਪ੍ਰੇਮ ਵਾਲੀਆਂ ਰੂਹਾਂ ਨੂੰ ਸਮਝ ਆਉਂਦੀ ਹੈ, ਤੇ ਉਹ ਵੀ ਕਿਰਪਾ ਹੋਵੇ ਗੁਰੂ ਦੀ ਫੇਰੀ ਹੈ। ਇਕ ਨਾ ਹੁਕਮੀ ਬਖਸ਼ੀਸ ਹੈ। ਮਹਾਰਾਜ ਸੱਚੇ ਪਾਤਸ਼ਾਹ ਭਲਾ ਕਰਨ ਸਭ ਦਾ, ਯਾਤਰਾ ਸਫਲ ਕਰਨ ਆਪ ਸੰਗਤਾਂ ਦੀ। ਆਓ ਸਾਰੀ ਸੰਗਤ ਜੁੜ ਕੇ ਕਿਰਪਾ ਕਰੀਏ ਜੀ। ਧੰਨ ਸੋ ਦੇਸ ਜਹਾਂ ਤੂੰ ਵਸਿਆ, ਧੰਨ ਸੋ ਦੇਸ ਜਹਾਂ ਤੂੰ ਵਸਿਆ। ਧੰਨ ਸੋ ਦੇਸ ਜਹਾਂ ਤੂੰ ਵਸਿਆ। ਧੰਨ ਸੋ ਦੇਸ ਜਹਾਂ ਤੂੰ ਵਸਿਆ। ਮੇਰੇ ਸਜਣ, 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 ਮੇਰੇ ਸਜਣ। ਮੀਤ ਮੁਰਾਰੇ ਜਿਉ, ਮੀਤ ਮੁਰਾਰੇ ਜਿਉ, ਮੀਤ ਮੁਰਾਰੇ ਜਿਉ, ਮੀਤ ਮੁਰਾਰੇ ਜਿਉ। ਧੰਨ ਸੋ ਦੇਸ ਜਹਾਂ ਤੂੰ ਵਸਿਆ। ਧੰਨ ਸੋ ਦੇਸ